ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਹੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ, ਜਾਉ ਕਾਲ ਕਿਰਪਾ ਕਰਾਇ। ਅੰਧ ਲਖੈ ਬਦਰੋ ਸੁਣੈ, ਜਾਉ ਕਾਲ ਕਿਰਪਾ ਕਰਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਬ੍ਰਾਹਮ ਬਿੰਦੈ ਤਿਸ ਦਾ ਬ੍ਰਾਹਮਤ ਰਹੈ, ਏਕ ਸ਼ਬਦ ਲਿਵ ਲਾਏ। ਨਾਵ ਨਿਧੇ 18 ਸਿੱਧੇ, ਪਿਛੈ ਲੱਗੀਆਂ ਫਿਰਹਿ। ਜੋ ਹਰ ਹਿਰਦੈ ਸਦਾ ਵਸਾਏ, ਬਿਨ ਸਤਿਗੁਰ ਨਾਉ ਨ ਪਾਈਐ। ਬੁਝਹੁ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ। ਸੁਖ ਪਾਏ ਜੁਗ ਚਾਰ, ਬਿਨ ਸਤਿਗੁਰ ਨਾਉ ਨ ਪਾਈਐ। ਬੁਝਹੁ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ। ਸੁਖ ਪਾਏ ਜੁਗ ਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਹੁਣੇ ਆਪ ਸੰਗਤਾਂ ਇਸ ਮਹਾਨ ਪਵਿੱਤਰ ਸਥਾਨ ਦੇ ਹਜ਼ੂਰੀ ਕੀਰਤਨੀ ਰਾਗੀ ਜਥੇ ਪਾਸੋਂ ਬੜਾ ਅੰਮ੍ਰਿਤਮਈ ਰਸ ਭਿੰਨਾ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ। ਆਸਾ ਦੀ ਵਾਰ ਦੇ ਬਾਬਤ ਬਚਨ ਆਉਂਦਾ ਹੈ ਕਿ ਆਸਾ ਦੀ ਵਾਰ ਐਸੀ ਹੈ ਬਾਣੀ, ਜੋ ਮਨੁੱਖ ਜੋ ਵੀ ਇੱਛਾ ਧਾਰ ਕੇ ਇਸ ਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ, ਉਹਦੇ ਸਾਰੇ ਮਨੋਰਥ ਸਤਿਗੁਰੂ ਇਹ ਬਾਣੀ ਦੁਆਰਾ ਪੂਰੀ ਕਰ ਦਿੰਦੇ ਆ। ਆਸਾ ਨਾਮ ਇੱਛਾ ਦਾ ਵੀ ਹੈ। ਸਤਿਗੁਰੂ ਮਹਾਰਾਜ ਦੇ ਦਰਬਾਰ ਦੇ ਅੰਦਰ ਬਹੁਤਾਤ ਕਰਕੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ। ਇਸ ਸਥਾਨ ਤੇ ਵੀ ਮੁੱਢ ਤੋਂ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਆ ਰਿਹਾ ਹੈ। ਬਹੁਤ ਸਤਿਕਾਰਯੋਗ ਭਾਈ ਲਖਵੀਰ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਆਪ ਸੰਗਤਾਂ ਨੇ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਅੱਜ ਇਸ ਸਥਾਨ ਤੇ ਤੁਰ ਉੱਠ ਕੇ ਸਰਬ ਸਾਂਝਾ ਉਪਦੇਸ਼ ਧੰਨ ਗੁਰੂ ਅਮਰਦਾਸ ਜੀ ਦੀ ਰਸਨਾ ਤੋਂ ਮਹਾਰਾਜ ਨੇ ਬਖਸ਼ਿਆ।
ਇਸ ਪਾਵਨ ਉਪਦੇਸ਼ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ। ਜੋ ਮਨੁੱਖ ਸੰਸਾਰ ਦੇ ਮੰਦਰ ਆ ਕਰਕੇ ਜਨਮ ਲੈ ਕਰਕੇ ਉਹ ਪ੍ਰਭੂ ਦਾ ਬਖਸ਼ਿਆ ਹੋਇਆ ਨਾਮ ਜਪਦਿਆਂ ਜਪਦਿਆਂ ਉਹ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦਾ ਹੈ। ਅਸਲ ਉਹੀ ਬ੍ਰਾਹਮਣ ਹੈ, ਉਹੀ ਬ੍ਰਹਮ ਗਿਆਨੀ ਹੈ। ਜੋ ਵੀ ਨਾਮ ਦੁਆਰਾ ਕੁਝ ਪ੍ਰਾਪਤੀ ਕਰਦਾ ਹੈ, ਉਹਦੇ ਪਿੱਛੇ ਜਿੰਨੀਆਂ ਵੀ ਸੰਸਾਰ ਦੀਆਂ ਸ਼ਕਤੀਆਂ ਨੇ ਉਹ ਸਾਰੀਆਂ ਪਿੱਛੇ ਲੱਗੀਆਂ ਰਹਿੰਦੀਆਂ। ਮਹਾਰਾਜ ਦਾ ਹੀ ਵਚਨ ਹੈ, ਬਾਰਜ ਕਰਦਾਹਣ ਹੈ ਸਿੱਧ ਸਨਮੁਖ ਮੁਖ ਜੋ ਹੈ, ਰਿੱਧ ਵਸੈ ਬਾਮਾਂਗ ਜੋ ਤੀਨ ਲੋਕੰਤਰ ਮੋਹ ਹੈ। ਸਤਿਗੁਰਾਂ ਦੇ ਸਨਮੁਖ ਸਾਰੀਆਂ ਸ਼ਕਤੀਆਂ ਹੱਥ ਜੋੜ ਕੇ ਖਲੋਂਦੀਆਂ, ਬੇਨਤੀਆਂ ਕਰਦੀਆਂ, ਸਤਿਗੁਰੂ ਸਾਨੂੰ ਪ੍ਰਵਾਨ ਕਰੋ, ਸਾਨੂੰ ਸੇਵਾ ਦਾ ਮੌਕਾ ਦਿਓ। ਪਰ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੁਆਰਾ ਦੱਸਦੇ ਆ ਪ੍ਰਭੂ ਦੀ ਪ੍ਰਾਪਤੀ ਦਾ ਜੋ ਮਾਰਗ ਹੈ, ਉਹਦੇ ਰਸਤੇ ਦੀਆਂ ਇਹ ਜੇ ਪ੍ਰਾਪਤੀਆਂ ਜੋ ਸ਼ਕਤੀਆਂ ਨੇ ਇਹ ਮਨ ਨੂੰ ਮੋਹਣ ਵਾਲੀਆਂ ਹਨ। ਜੋ ਵੀ ਮਨੁੱਖ ਸਿਮਰਨ ਕਰਦਾ ਹੈ, ਸਿਮਰਨ ਕਰਦਿਆਂ ਉਹਦੇ ਸਿਮਰਨ ਦੀਆਂ ਤਾਕਤਾਂ ਪ੍ਰਗਟ ਜਦੋਂ ਹੋਣ ਲੱਗਦੀਆਂ ਤਾਂ ਜਿਹੜੇ ਕੱਚੇ ਗੁਰੂ ਵਾਲੇ ਹਨ ਉਹਨਾਂ ਦਾ ਮਨ ਭੜਕ ਜਾਂਦਾ ਹੈ। ਉਹ ਰਿੱਧੀਆਂ ਸਿੱਧੀਆਂ ਵਿਖਾਉਣ ਦੇ ਵਿੱਚ, ਸ਼ਕਤੀਆਂ ਵਿਖਾਉਣ ਦੇ ਵਿੱਚ, ਲੋਕਾਂ ਨੂੰ ਆਪਣੇ ਪਿੱਛੇ ਲਾਉਣ ਦੇ ਲਈ ਇਹ ਨਾਟਕ ਚੇਟਕ ਕਰਦੇ ਨੇ। ਬਾਣੀ ਦਾ ਬਚਨ ਹੈ, ਨਾਟਕ ਚੇਟਕ ਕੀਏ ਕਾਜਾ ਪ੍ਰਭ ਲੋਗਣ ਪਹਿ ਆਵਤ ਲਾਜਾ। ਇਹ ਨਹੀਂ ਵੀ ਪੁਰਾਣੇ ਸਿੰਘਾਂ 'ਚ ਸ਼ਕਤੀਆਂ ਸੀ, ਹੁਣ ਨਹੀਂ ਹਨ। ਜਦੋਂ ਸਤਿਗੁਰੂ ਉਹੀ ਹੈ ਤਾਂ ਉਹਦਾ ਨਾਮ ਵੀ ਉਹੀ ਹੈ, ਬਾਣੀ ਵੀ ਉਹੀ ਹੈ। ਅੱਜ ਵੀ ਜਿਹੜੇ ਭਾਵਨਾ ਨਾਲ ਗੁਰੂ ਨੂੰ ਸਨਮੁਖ ਜਾਣ ਕੇ ਗੁਰਮੁਖ ਬਣ ਕੇ ਆਪਾ ਭਾਵ ਸਮਰਪਿਤ ਹੋ ਕੇ ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਸੇਵਾ ਕਰਦੇ ਆ, ਉਹਨਾਂ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ। ਪਰ ਗੁਰਮਤਿ ਦਾ ਮਾਰਗ ਸੰਸਾਰ ਨਾਲੋਂ ਨਿਰਾਲਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਹੰਕੇਰੀ, ਬਿਖਮ ਮਾਰਗ ਚੱਲਣਾ। ਗੁਰੂ ਅਮਰਦਾਸ ਜੀ ਕਹਿੰਦੇ ਸੰਸਾਰ ਨਾਲੋਂ ਭਗਤਾਂ ਦਾ ਮਾਰਗ ਵੱਖਰਾ ਹੈ। ਸੰਸਾਰੀ ਲੋਕ ਸ਼ਕਤੀਆਂ ਮੰਗਦੇ ਆ, ਪਰ ਅਭਿਆਸੀ ਅਰਦਾਸਾਂ ਕਰਦਾ, ਮਹਾਰਾਜ ਮੈਨੂੰ ਇਹ ਸ਼ਕਤੀਆਂ ਨਹੀਂ ਚਾਹੀਦੀਆਂ। ਕਿਉਂਕਿ ਸਤਿਗੁਰੂ ਦਾ ਬਚਨ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਜਦੋਂ ਇਹ ਰਿੱਧੀਆਂ ਸਿੱਧੀਆਂ ਵਾਲੇ ਪਾਸੇ ਮਨ ਲੱਗ ਗਿਆ, ਫਿਰ ਨਾਮ ਹਿਰਦੇ 'ਚ ਟਿਕਦਾ ਨਹੀਂ ਹੈ। ਫਿਰ ਆਪਣੀ ਪ੍ਰਭਤਾ ਦੇ ਪਿੱਛੇ ਮਨ ਲੱਗ ਜਾਂਦਾ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ, ਬੀਚੇ ਅਟਕਿਓ ਚੀਤ। ਬਹੁਤਿਆਂ ਦੀ ਦਸ਼ਾ ਭਗਤ ਕਬੀਰ ਜੀ ਕਹਿੰਦੇ ਐਸੀ ਹੁੰਦੀ ਹੈ ਵੀ ਚੱਲੇ ਤਾਂ ਅਸੀਂ ਰੱਬ ਨੂੰ ਮਿਲਣ, ਘਰ-ਬਾਰ ਛੱਡਿਆ, ਪਦਾਰਥ ਛੱਡੇ, ਮਹਿਲ ਮਾੜੀਆਂ ਮਕਾਨ ਛੱਡੇ, ਪਰ ਨਾਮ ਜਪਦਿਆਂ, ਰੱਬ ਦੀ ਪ੍ਰਾਪਤੀ ਵਾਲੇ ਪਾਸੇ ਚੱਲਦਿਆਂ ਜਦੋਂ ਉਦੋਂ ਵੱਧ ਕੁਝ ਪ੍ਰਾਪਤ ਹੋ ਗਿਆ, ਘਰ ਨਾਲੋਂ ਵੱਡੇ ਸਥਾਨ ਬਣਾ ਲਏ, ਘਰ ਦਾ ਪਰਿਵਾਰ 2-4 ਜੀ ਛੱਡੇ ਸੀ, ਉਦੋਂ ਵੱਧ ਚੇਲੇ ਬਣਾ ਲਏ। ਭਗਤ ਕਬੀਰ ਜੀ ਕਹਿੰਦੇ ਕਬੀਰ ਸਿੱਖ ਸਾਖਾ ਬਹੁਤੇ ਕੀਏ, ਚੇਲੇ ਬਹੁਤੇ ਬਣਾ ਲਏ। ਇਹਨਾਂ 'ਚ ਚਿੱਤ ਅਟਕ ਕੇ ਰਹਿ ਗਿਆ, ਰੱਬ ਦੀ ਪ੍ਰਾਪਤੀ ਵਾਲੇ ਪਾਸੇ ਨਹੀਂ ਚੱਲ ਸਕਿਆ। ਕਿਉਂਕਿ ਪੰਕਜ ਮੋਹ ਪਗ ਨਹੀਂ ਚੱਲੈ। ਗੁਰੂ ਰਾਮਦਾਸ ਜੀ ਦਾ ਬਚਨ ਆਪਾਂ ਸੋਦਰ 'ਚ ਪੜ੍ਹਦੇ ਹਾਂ, ਮੋਹ ਦਲਦਲ ਹੈ, ਐਸੀ ਦਲਦਲ ਹੈ ਮੋਹ। ਮਹਾਰਾਜ ਕਹਿੰਦੇ ਇਹ ਦਲਦਲ ਦੇ ਵਿੱਚ ਸਾਰਾ ਸੰਸਾਰ ਡੁੱਬ ਰਿਹਾ।
ਇੱਕ ਕਦਮ ਵੀ ਕਿਸੇ ਨੂੰ ਧਰਮ ਵਾਲੇ ਪਾਸੇ ਮੋਹ ਚੱਲਣ ਨਹੀਂ ਦੇ ਰਿਹਾ। ਮਹਾਰਾਜ ਕਹਿੰਦੇ ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਅਸੀਂ ਸਾਰੇ ਸੰਸਾਰ ਨੂੰ ਨਿਤਾ ਪ੍ਰਤੀ ਡੁੱਬਦਿਆਂ ਦੇਖ ਰਹੇ ਹਾਂ। ਮਹਾਰਾਜ ਕਹਿੰਦੇ ਮਨ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲੇ। ਅੱਜ ਮਹਾਰਾਜ ਤਰੁੱਠ ਕੇ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੀ ਸਿਫਤ ਕੋਈ ਇੱਕ ਰਸਨਾ ਕਹਿ ਨਹੀਂ ਸਕਦੀ, ਜਿਹਨੂੰ ਪੱਟਾ ਨੇ ਕਿਹਾ ਕਨਹਰ ਬੂੰਦ ਬਸੋਂ ਰਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਰਸਨਾ ਤੋਂ ਨਾਂ ਲਿਆਈ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤਰੁੱਠ ਕੇ ਅੱਜ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਦਾ ਬਖਸ਼ਿਆ ਫਰਮਾਨ ਆਰੰਭਤਾ ਤੋਂ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਸੋਰਠ ਰਾਗ ਦੀ ਵਾਰ ਦੇ ਵਿੱਚ ਪਾਵਨ ਸ਼ਲੋਕ, ਫਿਰ ਮਹੱਲਾ ਤੇ ਪੌੜੀ ਸਮੇਤ ਇਹ ਸ਼ਬਦ ਬਖਸ਼ਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ 649 ਤੋਂ ਸ਼ਬਦ ਆਰੰਭ ਹੁੰਦਾ, 650 ਤੱਕ ਚੱਲਦਾ। ਆਓ ਮਹਾਰਾਜ ਅੱਗੇ ਕੀ ਫਰਮਾਉਂਦੇ ਹਨ। ਬ੍ਰਾਹਮ ਬਿੰਦੈ ਤਿਸ ਦਾ ਬ੍ਰਾਹਮਤ ਰਹੈ, ਏਕ ਸ਼ਬਦ ਲਿਵ ਲਾਏ। ਸੰਪਰਦਾਇ ਮਹਾਂਪੁਰਖ ਉਥਾਨ ਕਲ ਆਉਂਦੇ ਆ। ਕਹਿੰਦੇ ਜਦੋਂ ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਬਖਸ਼ਿਸ਼ਾਂ ਕਰ ਰਹੇ ਆ, ਤਾਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਇੱਕ ਮਾਈ ਦਾਸ ਨਾਮ ਦਾ ਬ੍ਰਾਹਮਣ ਆਇਆ। ਉਹ ਮਾਈ ਦਾਸ ਬ੍ਰਾਹਮਣ ਕਰਮਕਾਂਡੀ ਸੀ। ਕਰਮਕਾਂਡ ਦੇ ਵਿੱਚ ਪੂਰਾ ਸੂਰਾ ਸ੍ਰੀ ਕ੍ਰਿਸ਼ਨ ਜੀ ਦਾ ਭਗਤ ਸੀ। ਇਕਾਦਸ਼ੀ ਦੇ ਵਰਤ ਦਾ ਦਿਨ ਸੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਮਹਾਰਾਜ ਦੀ ਸ਼ਰਨ ਵਿੱਚ ਆਇਆ, ਮਹਾਰਾਜ ਦਾ ਨਿਯਮ ਬਣਾਇਆ ਹੋਇਆ ਸੀ, ਪਹਿਲਾ ਪੰਗਤ ਪਾਛੈ ਸੰਗਤ। ਪਹਿਲਾਂ ਲੰਗਰ ਛਕ ਕੇ ਸਰੀਰ ਦੀ ਤ੍ਰਿਪਤੀ ਕਰਕੇ ਫੇਰ ਸਤਿਗੁਰਾਂ ਦੇ ਦਰਸ਼ਨ ਕਰੋ। ਨਹੀਂ ਤਾਂ ਕਈ ਵਾਰ ਸੰਗਤ ਵਿੱਚ ਬੈਠੇ ਹੀ ਲੰਗਰ ਵੱਲ ਸੁਰਤ ਰਹਿੰਦੀ ਹੈ। ਜੇ ਭੋਜਨ ਨਾ ਛਕਿਆ ਹੋਵੇ, ਪੇਟ ਨੂੰ ਭੁੱਖ ਹੋਵੇ, ਤਾਂ ਫਿਰ ਮਨ ਭੜਕਦਾ ਰਹਿੰਦਾ। ਮਹਾਰਾਜ ਨੇ ਨਿਯਮ ਬਣਾਤਾ ਸੀ, ਭਾਈ ਪਹਿਲਾਂ ਪੰਗਤ ਵਿੱਚ ਬੈਠ ਕੇ ਸਾਰੇ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਭਿਖਾਰੀ ਹੈ, ਭਾਵੇਂ ਕੋਈ ਰਾਜਾ ਹੈ, ਇੱਕੋ ਪੰਗਤ 'ਚ ਬੈਠ ਕੇ ਸਾਰੇ ਭੋਜਨ ਛਕੋ। ਉਹੋ ਹੀ ਪੰਗਤ ਸੀ ਜਿਹਦੇ ਵਿੱਚ ਅਕਬਰ ਵਰਗਾ ਬਾਦਸ਼ਾਹ ਬੈਠ ਕੇ ਗੋਇੰਦਵਾਲ ਸਾਹਿਬ ਭੋਜਨ ਛਕ ਕੇ ਆਇਆ। ਮਹਾਰਾਜ ਸੱਚੇ ਪਾਤਸ਼ਾਹ ਦੀ ਉਹ ਪੰਗਤ ਦੇ ਵਿੱਚ ਮਾਈ ਦਾਸ ਬੈਠਿਆ ਨਾ, ਕਿਉਂਕਿ ਮਨ ਦੇ ਵਿੱਚ ਫੁਰਨਾ ਸੀ ਵੀ ਮੈਂ ਕਰਮਕਾਂਡੀ ਹਾਂ, ਮੇਰਾ ਬ੍ਰਾਹਮਣ ਪੁਣਾ ਨਹੀਂ ਰਹਿਣਾ। ਕਿਉਂਕਿ ਸਤਿਗੁਰੂ ਦੀ ਸੰਗਤ ਦੇ ਵਿੱਚ ਕੋਈ ਜਾਤੀ ਭੇਦ ਨਹੀਂ ਹੈ, ਕੋਈ ਊਚ ਨੀਚ ਵਰਨ ਆਸ਼ਰਮ ਦੀ ਵੰਡ ਨਹੀਂ ਹੈ, ਵੀ ਇੱਥੇ ਤਾਂ ਸਾਰੇ ਇੱਕ ਸਮਾਨ ਬਹਿੰਦੇ ਆ, ਜਾਂ ਮੈਂ ਇਹਨਾਂ ਦੇ ਨਾਲ ਬਹਿ ਗਿਆ ਤਾਂ ਪਿੱਟਿਆ ਜਾਵਾਂ। ਦੂਸਰਾ ਵੀ ਮੈਂ ਤਾਂ ਆਪਣੇ ਹੱਥ ਦਾ ਬਣਾਇਆ ਹੋਇਆ ਭੋਜਨ ਛਕਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਗਿਆ ਤਾਂ ਗੁਰਸਿੱਖ ਕਹਿੰਦੇ ਪਹਿਲਾਂ ਭੋਜਨ ਛਕ ਕੇ ਆ। ਕਹਿੰਦਾ ਮੈਂ ਭੋਜਨ ਤਾਂ ਨਹੀਂ ਛਕਣਾ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਨਾ ਕੀਤੇ, ਵਾਪਸ ਚਲਿਆ ਗਿਆ। ਨੇੜੇ ਹੀ ਕਹਿੰਦੇ ਜੰਗਲ ਦੇ ਵਿੱਚ ਰਾਤ ਪੈ ਗਈ। ਇੱਕ ਜਗ੍ਹਾ ਇਹਨੇ ਓਟ ਲੈ ਕੇ ਉੱਥੇ ਬਹਿ ਕੇ ਸ੍ਰੀ ਕ੍ਰਿਸ਼ਨ ਜੀ ਦਾ ਜਾਪ ਸ਼ੁਰੂ ਕਰ ਦਿੱਤਾ। ਅਗਲੇ ਦਿਨ ਮਨ 'ਚ ਫੁਰਨਾ ਆਇਆ ਵੀ ਜੇ ਇੱਥੇ ਮੈਨੂੰ ਭੋਜਨ ਕਿਤੇ ਮਿਲ ਜਾਵੇ, ਮੈਂ ਵਰਤ ਤੋੜ ਲਵਾਂ। ਵੈਸੇ ਤਾਂ ਇਤਿਹਾਸ ਵਿੱਚ ਬੜਾ ਵਿਸਥਾਰ ਦਾ ਪ੍ਰਸੰਗ ਆਉਂਦਾ ਹੈ ਵੀ ਜਿੱਥੇ ਵੀ ਚੁੱਲ੍ਹਾ ਪੱਟਣ ਲਈ ਕੁਝ ਮਿੱਟੀ ਪੁੱਟਦਾ, ਉੱਥੋਂ ਹੀ ਹੱਡੀ ਨਿਕਲ ਆਇਆ। ਫਿਰ ਇਸ਼ਨਾਨ ਕਰਿਆ ਕਰੇ, ਇਹਦੀ ਬੁਰੀ ਹਾਲਤ ਹੋ ਗਈ ਸੀ।
ਉੱਥੇ ਇਹਨੇ ਮਨ 'ਚ ਫੁਰਨਾ ਕੀਤਾ ਵੀ ਕੁਝ ਛਕਣ ਨੂੰ ਮਿਲ ਜਾਵੇ। ਹੁਣ ਸਿਮਰਨ ਵਾਲਾ ਸੀ, ਇੱਛਾ ਪੂਰੀ ਹੋ ਗਈ ਤੇ ਇਹਨੂੰ ਸੇਧ ਵੀ ਦੇਣੀ ਸੀ। ਤਾਂ ਸੰਗਤ ਜੀ ਇਹਦੇ ਕੋਲ ਕਹਿੰਦੇ ਕੁਝ ਕੱਚਾ ਭੋਜਨ ਆ ਗਿਆ। ਮਨ 'ਚ ਖਿਆਲ ਕਰਨ ਲੱਗਿਆ ਵੀ ਜੇ ਹੁਣ ਭੋਜਨ ਤਿਆਰ ਕਰੂੰਗਾ, ਸਰੀਰ ਦੇ ਵਿੱਚ ਜਾਨ ਤਾਂ ਹੈ ਨਹੀਂ, ਹੁਣ ਥੱਕਿਆ ਪਿਆ, ਕਿਤੇ ਚੁੱਲ੍ਹਾ ਨਹੀਂ ਬਣਿਆ ਹੋਇਆ, ਜਿੱਥੇ ਮਿੱਟੀ ਪੁੱਟਦਾ ਉੱਥੋਂ ਹੀ ਹੱਡੀ ਨਿਕਲ ਆਉਂਦੀ ਆ, ਫੇਰ ਨਹਾਉਣਾ ਪੈਂਦਾ। ਫਿਰ ਉਸ ਵੇਲੇ ਆਕਾਸ਼ਬਾਣੀ ਹੋਈ ਵੀ ਤੂੰ ਪੱਕਿਆ ਹੋਇਆ ਭੋਜਨ ਤਾਂ ਤੂੰ ਛੱਡ ਕੇ ਆਇਆ, ਤੂੰ ਇੱਥੇ ਕੀ ਭੋਜਨ ਭਾਲਦਾ। ਉਸ ਵੇਲੇ ਕਹਿਣ ਲੱਗਿਆ ਵੀ ਮੈਨੂੰ ਦਰਸ਼ਨ ਦਿਓ। ਕਹਿੰਦੇ ਤੈਨੂੰ ਤੂੰ ਜਿੱਥੇ ਮਰਜ਼ੀ ਚਲਿਆ ਜਾ, ਤੈਨੂੰ ਦਰਸ਼ਨ ਨਹੀਂ ਹੋਣੇ। ਕਹਿਣ ਲੱਗਿਆ ਜੀ ਮੈਥੋਂ ਕੀ ਗੁਨਾਹ ਹੋਇਆ। ਕਹਿੰਦੇ ਗੁਨਾਹ ਤਾਂ ਇੱਥੋਂ ਇਹ ਹੋਇਆ ਵੀ ਆਪ ਨਿਰੰਕਾਰ ਸਰੂਪ ਗੁਰੂ ਨਾਨਕ ਦਾ ਤੀਜਾ ਜਾਮਾ ਗੁਰੂ ਅਮਰਦਾਸ ਜੀ ਬੈਠੇ ਆ, ਉਹਨਾਂ ਦੇ ਦਰਸ਼ਨ ਛੱਡ ਕੇ ਤੂੰ ਹੋਰ ਕਿਹੜੇ ਦਰਸ਼ਨ ਭਾਲਦਾ। ਉਹ ਤਾਂ ਆਪ ਰੱਬ ਨੇ, ਆਪ ਪਰਮੇਸ਼ਰ ਨੇ। ਉਹਨਾਂ ਦਾ ਪੱਕਿਆ ਭੋਜਨ ਅੰਮ੍ਰਿਤ ਸਮਾਨ ਲੰਗਰ ਛੱਡ ਕੇ ਆਇਆ। ਫਿਰ ਕਹਿੰਦੇ ਮਹਾਰਾਜ ਦੀ ਸ਼ਰਨ ਵਿੱਚ ਆਇਆ, ਪਹਿਲਾਂ ਲੰਗਰ ਛਕਿਆ, ਮਨ ਦੇ ਵਹਿਮ ਛੱਡ ਕੇ ਸਤਿਗੁਰੂ ਦੀ ਹਜ਼ੂਰੀ 'ਚ ਮੱਥਾ ਟੇਕਿਆ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ ਵੇਖ ਕੇ, ਕਹਿਣ ਲੱਗੇ ਮਹਾਰਾਜ ਕਹਿੰਦੇ ਆ ਗਿਆ ਬ੍ਰਾਹਮਣ ਮਾਈ ਦਾਸ, ਕਿਵੇਂ ਬੀਤੀ ਤੇਰੀ ਰਾਤ। ਕਿਉਂਕਿ ਅੰਤਰਜਾਮੀ ਸੀ ਸਤਿਗੁਰੂ ਦਾ। ਹੱਥ ਜੋੜ ਲਏ, ਕਹਿਣ ਲੱਗਿਆ ਮਹਾਰਾਜ ਤੁਸੀਂ ਜਾਣੀ ਜਾਣੋ, ਮੇਰੇ ਮਨ 'ਚ ਸ਼ੰਕਾ ਸੀ ਵੀ ਮੈਂ ਕਰਮ ਕਾਂਢ ਹਾਂ, ਇੱਥੇ ਤਾਂ ਸਾਰੀਆਂ ਜਾਤਾਂ ਦੇ ਇੱਕੋ ਪੰਗਤ 'ਚ ਬਹਿੰਦੇ ਆ, ਫਿਰ ਪਤਾ ਨਹੀਂ ਕਿਵੇਂ ਭੋਜਨ ਬਣਾਉਂਦੇ ਆ, ਸੁਚਮਤਾ ਨਾਲ ਬਣਾਉਂਦੇ ਆ ਕਿ ਨਹੀਂ ਬਣਾਉਂਦੇ। ਮੈਂ ਤਾਂ ਆਪਣੇ ਹੱਥੀਂ ਬਣਾਉਣਾ। ਮਹਾਰਾਜ ਨੂੰ ਕਹਿਣ ਲੱਗਾ ਮੇਰਾ ਬ੍ਰਾਹਮਣ ਪੁਣਾ ਨਹੀਂ ਸੀ ਰਹਿੰਦਾ ਜੇ ਮੈਂ ਇਸ ਤਰ੍ਹਾਂ ਛਕ ਲੈਂਦਾ। ਮਹਾਰਾਜ ਕਹਿੰਦੇ ਮਾਈ ਦਾਸ, ਸਿੱਖੀ ਦੇ ਵਿੱਚ ਇਹਨੂੰ ਬ੍ਰਾਹਮਣ ਨਹੀਂ ਮੰਨਿਆ। ਕਹਿੰਦਾ ਮਹਾਰਾਜ ਸਿੱਖੀ 'ਚ ਕਿਹਨੂੰ ਮੰਨਦੇ ਆ। ਮਹਾਰਾਜ ਕਹਿੰਦੇ ਬ੍ਰਹਮ ਬਿੰਦਾ ਤਿਸ ਦਾ ਬ੍ਰਹਮਅਤ ਹੈ। ਬ੍ਰਹਮਅਤ ਦਾ ਭਾਵ ਬ੍ਰਾਹਮਣ ਪੁਣਾ ਉਹਦਾ ਰਹਿੰਦਾ ਕਲਯੁਗ ਦੇ ਵਿੱਚ, ਜਿਹੜਾ ਬ੍ਰਹਮ ਬਿੰਦਾ ਹੈ। ਬਿੰਦਾ ਦਾ ਅਰਥ ਜਾਣਨਾ, ਜਿਹੜਾ ਬ੍ਰਹਮ ਪਰਮੇਸ਼ਰ ਨੂੰ ਜਾਣ ਲੈਂਦਾ। ਹੁਣ ਰੱਬ ਨੂੰ ਜਾਣਨਾ ਕੀ ਹੈ। ਕੋਈ ਰੱਬ ਨੂੰ ਕਿਸੇ ਦਿਸ਼ਾ 'ਚ ਮੰਨੀ ਬੈਠਾ ਹੈ, ਕੋਈ ਕਿਸੇ ਦਿਸ਼ਾ 'ਚ ਮੰਨੀ ਬੈਠਾ ਹੈ। ਕੋਈ ਰੱਬ ਨੂੰ ਪੱਥਰ ਦੇ ਵਿੱਚ ਮੰਨੀ ਬੈਠਾ ਹੈ, ਕੋਈ ਰੱਬ ਨੂੰ ਦਰਖਤਾਂ 'ਚ ਮੰਨੀ ਬੈਠਾ ਹੈ, ਕੋਈ ਕਾਸੇ ਵਿੱਚ, ਕੋਈ ਕਾਸੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ। ਮਹਾਰਾਜ ਕਹਿੰਦੇ ਸਾਰਿਆਂ ਦੇ ਵਿੱਚ ਹੀ ਆ ਉਹ ਤਾਂ ਰੱਬ। ਉਹ ਤਾਂ ਐਸਾ ਏਤ ਊਤ ਨਹੀਂ ਵਿਛੜੈ। ਐ ਮਨੁੱਖ ਤੇ ਇੱਥੋਂ ਕਿਤੇ ਦੂਰ ਨਹੀਂ ਹੈ, ਉਹ ਤੇਰੇ ਅੰਦਰ ਹੀ ਆ, ਉਹ ਹੱਥਾਂ ਪੈਰਾਂ ਤੋਂ ਵੀ ਨੇੜੇ ਆ। ਕਹਿੰਦੇ ਦੀਂਦਾ ਨਹੀਂ ਮਹਾਰਾਜ। ਫਿਰ ਉਹ ਮਹਾਰਾਜ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ, ਪੂਰੇ ਗੁਰੂ ਦੇ ਲੜ ਲੱਗ ਗੁਰੂ ਗ੍ਰੰਥ ਸਾਹਿਬ ਦੇ। ਗੁਰੂ ਦੀ ਸਾਖੀ ਦਾ ਅਰਥ ਸਿੱਖਿਆ। ਗੁਰੂ ਦੀ ਸਿੱਖਿਆ ਨੂੰ ਕਮਾ, ਗੁਰਮੰਤਰ ਦਾ ਬਾਣੀ ਦਾ ਅਭਿਆਸ ਕਰ, ਉਹ ਤੇਰੇ ਹਿਰਦੇ 'ਚ ਵੀ ਤੈਨੂੰ ਦੀਦਾਰ ਦੇ ਦੇਵੇਗਾ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਅਤ ਰਹਿ। ਬ੍ਰਾਹਮਣ ਪੁਣਾ ਉਹਦਾ ਰਹਿੰਦਾ ਹੈ ਜਿਹੜਾ ਬ੍ਰਹਮ ਨੂੰ ਜਾਣਦਾ। ਹੁਣ ਸਾਨੂੰ ਤਾਂ ਆਪਣੇ ਪਰਿਵਾਰ ਦੇ ਜੀਆਂ 'ਚੋਂ ਰੱਬ ਨਹੀਂ ਦਿੰਦਾ, ਦੂਸਰਿਆਂ 'ਚੋਂ ਰੱਬ ਕਿੱਥੇ ਵਿਖਾਈ ਦੇਵੇਗਾ। ਆਹ ਸਮਾਂ ਵੇਖੋ ਕੈਸਾ ਚੱਲ ਰਿਹਾ। ਇਸ ਸਮੇਂ ਦੇ ਵਿੱਚ ਕੁਝ ਰਿਸ਼ਤਿਆਂ ਦੀਆਂ ਸਚਾਈਆਂ ਵੀ ਸਾਹਮਣੇ ਲੋਕਾਂ ਦੇ ਆਈਆਂ। ਇੱਕ ਮਾੜੀ ਮੋਟੀ ਬਿਮਾਰੀ ਕਰਕੇ ਲੋਕਾਂ ਨੇ ਆਪਣਿਆਂ ਨੂੰ ਹੀ ਤਿਆਗ ਦਿੱਤਾ। ਕਿਤੇ ਪਰਿਵਾਰਾਂ ਦੀ ਸੁਣਦੇ ਆ ਵੀ ਪਰਿਵਾਰਾਂ ਨੇ ਆਪਣੇ ਪਰਿਵਾਰ ਦੇ ਜੀਆਂ ਦੀਆਂ ਲਾਸ਼ਾਂ ਨਹੀਂ ਲਈਆਂ, ਇਨਕਾਰ ਕਰ ਦਿੱਤੇ। ਕਿਤੇ ਨਗਰ ਨੇ ਜਵਾਬ ਦੇ ਦਿੱਤਾ ਵੀ ਸਾਡੇ ਨਾਲ ਇਹ ਬਿਮਾਰੀ ਵਾਲਾ ਮਨੁੱਖ ਆਵੇ, ਇਹਦੀ ਅਸੀਂ ਸੰਸਕਾਰ ਨਹੀਂ ਹੋਣ ਦੇਣਾ, ਲਾਸ਼ ਨਹੀਂ ਲੈਣੀ। ਕਿਤੇ ਸ਼ਰੀਕੇ ਕਬੀਲਿਆਂ ਨੇ ਭਾਵ ਜੇ ਸਾਨੂੰ ਆਪਣੇ ਪਰਿਵਾਰ ਵਿੱਚੋਂ ਆਪਣਿਆਂ 'ਚੋਂ ਰੱਬ ਨਹੀਂ ਦਿੰਦਾ ਤੇ ਫਿਰ ਦੂਸਰਿਆਂ 'ਚ ਰੱਬ ਵੇਖਣ ਦਾ ਕੀ ਫਾਇਦਾ।
ਸਿਆਣਿਆਂ ਦਾ ਦਾਨਿਆਂ ਦਾ ਕਥਨ ਆ ਵੀ ਹਰ ਚੰਗਿਆਈ ਦੀ ਜਿਹੜੀ ਆਰੰਭਤਾ ਆਪਣੇ ਘਰ ਤੋਂ ਕਰਨੀ ਚਾਹੀਦੀ। ਕੋਈ ਚੰਗਾ ਕੰਮ ਕਰਨਾ ਆਪਣੇ ਘਰ ਤੋਂ ਸ਼ੁਰੂ ਕਰੋ। ਜੇ ਸਾਰੀ ਦੁਨੀਆ ਚੰਗੀ ਹੋ ਗਈ, ਆਪਣਾ ਘਰ ਹੀ ਨਾ ਚੰਗਾ ਬਣਿਆ, ਫੇਰ ਕੀ ਫਾਇਦਾ। ਪਰਿਵਾਰ ਦੇ ਵਿੱਚ ਰੱਬ ਵੇਖਣਾ ਸ਼ੁਰੂ ਕਰੋ, ਫਿਰ ਆਂਢ ਗੁਆਂਢ 'ਚ ਵੇਖਣਾ ਸ਼ੁਰੂ ਕਰੋ, ਫਿਰ ਜਿਸ ਨਗਰ 'ਚ ਰਹਿਣੇ ਉਹ ਨਗਰ 'ਚ ਵੇਖਣਾ ਸ਼ੁਰੂ ਕਰੋ। ਪਰਿਵਾਰ ਦੇ ਜੀਆਂ ਨਾਲ ਮਾੜੀ ਮਾੜੀ ਗੱਲ ਪਿੱਛੇ ਆਪਾਂ ਝਗੜਾ, ਮਨਾਂ ਦੇ ਵਿੱਚ ਮਨ ਮੁਟਾਵ, ਜਦੋਂ ਸਿਮਰਨ ਕਰਦੇ ਆ ਫਿਰ ਉੱਥੇ ਮਨ ਨਹੀਂ ਜੁੜਨਾ, ਉੱਥੇ ਉਹ ਫੁਰਨੇ ਸਾਕਾਰ ਰੂਪ ਧਾਰਨ ਕਰਨ ਲੱਗ ਜਾਂਦੀ ਹੈ। ਜਦੋਂ ਸੁਰਤ ਇਕਾਗਰ ਹੁੰਦੀ ਹੈ ਨਾ, ਜਿਹੜੇ ਅਭਿਆਸੀ ਹੈ ਉਹਨਾਂ ਗੁਰਮੁਖਾਂ ਨੂੰ ਪਤਾ ਹੈ, ਅਭਿਆਸੀ ਜਿਹੜਾ ਇੱਕ ਐਸੀ ਅਵਸਥਾ ਆਉਂਦੀ ਹੈ ਵੀ ਜੇ ਕੋਈ ਫੁਰਨਾ ਕਰਦਾ ਨਾ, ਉਹ ਫੁਰਨਾ ਮੂਹਰੇ ਰੂਪ ਧਾਰ ਕੇ ਖਲੋ ਜਾਂਦਾ ਸਾਹਮਣੇ, ਫੁਰਨਾ ਪੂਰਾ ਹੋਣ ਲੱਗਦਾ। ਫਿਰ ਆਂਢ ਗੁਆਂਢ ਦੇ ਵਿੱਚ ਆਪਾਂ ਵੇਖਦੇ ਆ, ਮਨੁੱਖ ਕਰੋੜਾਂ ਰੁਪਈਆ ਆਪਣੇ ਮਕਾਨ ਤੇ ਲਾ ਦੂ, ਜਿਹੜੀ ਘਰ ਦੀ ਨਾਲੀ ਹੋਊ ਉਹ ਤੇ ਇੱਕ ਬੋਰੀ ਸੀਮੈਂਟ ਦੀ ਨਹੀਂ ਲਾ ਸਕਦਾ, ਆਪਣਾ ਆਲਾ ਦੁਆਲਾ ਨਹੀਂ ਸਾਫ਼ ਕਰ ਸਕਦਾ, ਸਾਰਾ ਘਰ ਸਾਫ਼ ਕਰ ਲੂ, ਆਪਣਾ ਬੂਹਾ ਨਹੀਂ ਸਾਫ਼ ਕਰ ਸਕਦਾ। ਆਮ ਅਕਸਰ ਲੜਾਈਆਂ ਆਪਾਂ ਵੇਖਦੇ। ਮੈਂ ਇਸ ਪਾਸੇ ਨਾ ਜਾਵਾਂ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਫਿਰ ਬਹੁਤੇ ਪਾਸੇ ਨਹੀਂ ਮਨ ਭੜਕਾਉਣਾ ਵੀ ਫਲਾਨਾ ਮੰਤਰ ਦਾ ਜਾਪ ਕਰਦਾ, ਉਹ ਆ ਮੰਤਰ ਦਾ ਜਾਪ ਕਰਦਾ। ਸਾਨੂੰ ਗੁਰਮੰਤਰ ਵਾਹਿਗੁਰੂ ਦਿੱਤਾ ਮਹਾਰਾਜ, ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਇੱਕ ਸ਼ਬਦ ਚ ਲਿਵ ਲਾਉਣੀ। ਜਦੋਂ ਇੱਕ ਦਾ ਅਭਿਆਸ ਕਰਾਂਗੇ, ਅਭਿਆਸ ਕਰਦਿਆਂ ਕਰਦਿਆਂ ਪੱਕਾ ਹੋ ਜਾਂਦਾ ਅਭਿਆਸ। ਫਿਰ ਸੁੱਤਿਆਂ ਜਾਗਦਿਆਂ ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਉਹ ਨਾਮ ਸੁਤੇ ਸਿੱਧ ਚੱਲ ਪੈਂਦਾ। ਫਿਰ ਅਖੀਰਲੇ ਸਵਾਸ ਤੱਕ ਉਹ ਕਿਰਪਾ ਰਹਿੰਦੀ ਹੈ। ਅਖੀਰਲੇ ਸਵਾਸ ਦੇ ਖਾਤਰ ਆਪਾਂ ਸਾਰਾ ਕੁਝ ਕਰਦੇ ਹਾਂ, ਭਾਵੇਂ ਗੁਰੂ ਘਰ ਆਉਣੇ ਆ, ਭਾਵੇਂ ਸੇਵਾ ਕਰਦੇ ਆ, ਭਾਵੇਂ ਸਿਮਰਨ ਕਰਦੇ ਆ, ਭਾਵੇਂ ਬਾਣੀ ਪੜ੍ਹਦੇ ਆ। ਉਹ ਇਸ ਲਈ ਆ ਵੀ ਅਖੀਰਲੇ ਸਾਹ ਕਿਸੇ ਪਾਸੇ ਸੁਰਤ ਹੋਰ ਨਾ ਜਾਵੇ, ਤਾਂ ਕਿ 84 ਲੱਖ ਜੂਨਾਂ 'ਚ ਨਾ ਭਟਕਣਾ ਪਵੇ। ਅਖੀਰਲੇ ਸਵਾਸ ਸਾਨੂੰ ਗੁਰੂ ਚੇਤੇ ਰਹੇ ਤਾਂ ਕਿ ਮੁਕਤ ਹੋ ਸਕੀਏ। ਮਹਾਰਾਜ ਕਹਿੰਦੇ ਇੱਕ ਸ਼ਬਦ ਲਿਵ ਲਾਏ, ਜਿਹੜਾ ਇੱਕ ਸ਼ਬਦ ਜੋ ਗੁਰੂ ਵੱਲੋਂ ਬਖਸ਼ਿਆ ਗੁਰਮੰਤਰ ਹੈ, ਬਾਣੀ ਹੈ, ਇਹਦੇ ਵਿੱਚ ਲਿਵ ਲਾਉਂਦਾ ਹੈ। ਲਿਵ ਹੁੰਦੀ ਹੈ ਇੱਕ ਟੱਕ ਲਿਵ ਲਾਉਣੀ। ਵਿਦਵਾਨ ਇਹਨੂੰ ਕਹਿੰਦੇ ਆ ਵੀ ਤੇਲ ਵੱਤ ਧਾਰ। ਜਿਵੇਂ ਪੀਪੇ 'ਚ ਤੇਲ ਹੋਵੇ, ਦੂਜੇ ਭਾਂਡੇ 'ਚ ਤੇਲ ਕੱਢਣਾ ਹੈ ਤਾਂ ਉਹਦੀ ਧਾਰ ਟੁੱਟਦੀ ਨਹੀਂ ਵਿੱਚੋਂ, ਉਹ ਧਾਰ ਇੱਕ ਸਮਾਨ ਰਹਿੰਦੀ ਹੈ। ਇਵੇਂ ਸੁਰਤ ਇੱਕ ਸਵਾਸ ਵੀ, ਇੱਕ ਖਿਣ ਲਈ ਵੀ ਨਾਮ ਨੂੰ ਨਾ ਵਿਸਾਰੀਏ। ਜਦੋਂ ਅਸੀਂ ਜਨਮ ਲਿਆ, ਲਿਵ ਛੁੜਕੀ ਲੱਗੀ ਦ੍ਰਿਸ਼ਟੀ, ਉਦੋਂ ਦੀ ਲਿਵ ਟੁੱਟੀ ਹੋਈ ਆ। ਹੁਣ ਉਹ ਲਿਵ ਜੋੜਨ ਦਾ ਯਤਨ ਕਰਨਾ, ਬਾਰ-ਬਾਰ ਅਭਿਆਸ ਕਰਨਾ, ਮਨ ਨੂੰ ਮੋੜ ਮੋੜ ਕੇ। ਮਹਾਰਾਜ ਕਹਿੰਦੇ ਇੱਕ ਸ਼ਬਦ ਚ ਲਾਉਣਾ ਹੈ। ਨਾਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦਾ ਸਦਾ ਵਸਾਏ। ਕਲਯੁਗੀ ਜੀਵ ਦਾ ਸੁਭਾਅ ਹੈ, ਜਦੋਂ ਕੋਈ ਪੂਰਨ ਪੁਰਖ ਸਿੱਖਿਆ ਦਿੰਦਾ ਨਾ, ਉਦੋਂ ਫਿਰ ਸੇਵਕ ਪੁੱਛਦਾ ਜੀ ਇਹ ਕੰਮ ਕਰਨ ਦਾ ਮੈਨੂੰ ਫਲ ਕੀ ਮਿਲੂਗਾ। ਮਹਾਰਾਜ ਕਹਿੰਦੇ ਜੇ ਤੂੰ ਇੱਕ ਸ਼ਬਦ ਚ ਲਿਵ ਲਾਏਂਗਾ, ਬ੍ਰਹਮ ਨੂੰ ਜਾਣੇਗਾ, ਤਾਂ ਜਿਹੜੀਆਂ ਰਿੱਧੀਆਂ ਸਿੱਧੀਆਂ ਪਿੱਛੇ ਲੋਕ ਬੜੇ ਬੜੇ ਯਤਨ ਕਰਦੇ ਆ, ਉਹ ਸੁਤੇ ਸਿੱਧੀ ਤੈਨੂੰ ਪ੍ਰਾਪਤ ਹੋ ਜਾਣੀ ਆ। ਇੱਕ ਹਿਮਾਲਿਆ ਦੇ ਸੰਤਾਂ ਸੰਗ ਨਾਂ ਦੀ ਪੁਸਤਕ ਹੈ, ਜੇ ਤੁਸੀਂ ਕਿਤੇ ਮਿਲੇ ਪੜ੍ਹਿਓ। ਰਤਵਾੜੇ ਵਾਲੇ ਮਹਾਂਪੁਰਖਾਂ ਦੇ ਸੰਤ ਬਾਬਾ ਬਰਿਆਮ ਸਿੰਘ ਜੀ ਦੇ ਪ੍ਰੇਮੀ ਹੋਏ ਨੇ ਗੁਰਮੁਖ, ਉਹਨਾਂ ਨੇ ਪੁਸਤਕ ਲਿਖੀ ਹੈ। ਉਹਦੇ 'ਚ ਜ਼ਿਕਰ ਕਰਦੇ ਆ ਹਿਮਾਲਿਆ ਪਰਬਤ ਦੀਆਂ ਗੁਫਾਵਾਂ ਤੇ ਬੈਠੇ ਲੋਕ ਜਿਹੜੇ ਤਪ ਸਾਧਨਾਵਾਂ ਕਰਦੇ ਆ, ਉਹਨਾਂ ਦੇ ਬਾਬਤ ਜ਼ਿਕਰ ਕੀਤੇ ਹੋਏ। ਉਹਨਾਂ ਦੱਸਿਆ ਗੁਰਮੁਖਾਂ ਨੇ, ਕਹਿੰਦੇ ਮੇਰੇ ਗੁਰੂ ਨੇ ਮੈਨੂੰ ਵਿਖਾਇਆ ਇੱਕ ਜੋਗੀ 12 ਸਾਲਾਂ ਤੋਂ ਸਾਧਨਾ ਕਰ ਰਿਹਾ ਸੀ ਅਗਨੀ ਦੀ। ਉਹਨੇ ਅੱਗ ਨੂੰ ਸਾਧ ਲਿਆ। ਕਹਿੰਦੇ ਮੈਨੂੰ ਜਦੋਂ ਮਿਲਾਇਆ
ਮੈਂ ਪੁੱਛਿਆ ਜੀ ਤੁਸੀਂ ਸਾਧਨਾ ਕੀਤੀ ਹੈ, ਕੀ ਪ੍ਰਾਪਤੀ ਹੋਈ? ਕਹਿੰਦਾ ਮੈਂ ਅੱਗ ਸਿੱਧ ਕਰ ਲਈ। ਪੁੱਛਿਆ ਵੀ ਅੱਗ ਸਿੱਧ ਕਰਕੇ ਕੀ ਕਰ ਲੈਨੇ ਹੋ? ਤਾਂ ਕਹਿੰਦਾ ਉਹ ਕਹਿਣ ਲੱਗਿਆ ਵੀ ਮੈਂ ਜਿੱਥੇ ਚਾਹਾਂ ਅੱਗ ਲਾ ਸਕਦਾ। ਕਹਿੰਦੇ ਮੈਂ ਮੱਥੇ ਤੇ ਹੱਥ ਮਾਰਿਆ ਵੀ 12 ਸਾਲ ਤਾਂ ਇਸ ਪਾਸੇ ਲਾਤੇ ਅੱਗ ਲਾਉਣ ਵਾਸਤੇ, ਇੱਥੇ ਯਤਨ ਆ ਵੀ ਅੱਗ ਕਿਤੇ ਮਨ ਦੀ ਬੁੱਝ ਜਾਵੇ। ਇਹੋ ਜਿਹੇ ਯਤਨਾਂ ਪਿੱਛੇ, ਰਿੱਧੀਆਂ ਸਿੱਧੀਆਂ ਪਿੱਛੇ ਸਾਰੀ ਜ਼ਿੰਦਗੀ ਲਾਉਣ ਵਾਲੇ ਵੀ ਬੈਠੇ। ਬੜਾ ਕੁਝ ਕਰਦੇ ਆ ਲੋਕ, ਤੰਤਰ ਮੰਤਰ ਜੰਤਰ। ਮਹਾਰਾਜ ਕਹਿੰਦੇ ਜੇ ਤੂੰ ਨਾਮ ਜਪੇ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ, ਸਭ ਕੁਝ ਤੇਰੇ ਸਾਹਮਣੇ ਹੱਥ ਜੋੜ ਕੇ ਖਲੋ ਜਾਊਗਾ। ਬਾਣੀ ਕਹਿੰਦੀ ਹੈ ਤੁਧ ਧਿਆਨ ਵੇਦ ਕਤੇਬਾਂ ਸਣ ਖੜੇ। ਸਣ ਖੜੇ ਦਾ ਅਰਥ ਸਿੱਧੇ ਖੜੇ ਰਹਿੰਦੇ ਹੱਥ ਜੋੜ ਕੇ। ਜਿੰਨੀਆਂ ਵਿਦਿਆਵਾਂ ਨੇ ਵੇਦ ਕਤੇਬ ਹੱਥ ਜੋੜ ਕੇ ਖਲੋ ਜਾਂਦੇ। ਗਣਤੀ ਗਣੀ ਨਾ ਜਾਏ ਤੇਰਾ ਦਰ ਪੜੇ। ਸਿਮਰਨ ਕਰਦਿਆਂ ਕਰਦਿਆਂ ਸਾਰੀਆਂ ਵਿਦਿਆਵਾਂ ਹੱਥ ਜੋੜ ਕੇ ਖਲੋ ਜਾਂਦੀ। ਮਹਾਂਪੁਰਖਾਂ ਦੇ ਜੀਵਨ 'ਚ ਜ਼ਿਕਰ ਆਉਂਦਾ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਸੰਗਤ ਵਿੱਚ ਵਿਦਿਆਰਥੀ ਰੂਪ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਵਿਦਿਆ ਪੜ੍ਹ ਕੇ ਆਪਣੇ ਨੇੜੇ ਹੀ ਮੋਗੇ ਦੇ ਇਲਾਕੇ ਦੇ ਵਿੱਚ ਇੱਕ ਥਾਂ ਪਿੱਪਲ ਦੇ ਕੋਲ ਬੈਠ ਕੇ ਮਹਾਂਪੁਰਖ ਬੰਦਗੀ ਕਰਨ ਲੱਗ ਜਾਂਦੇ। ਮੂਲ ਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਸਮਾਧੀ ਲੱਗ ਜਾਂਦੀ। ਇੱਕ ਦਿਨ ਸਮਾਧੀ ਵਿੱਚ ਅੱਗੋਂ ਦੀ ਵੇਦ ਲੰਘੇ, ਵੇਦਾਂ ਦੀਆਂ ਸੁਰਤੀਆਂ ਲੰਘੀਆਂ। ਸਮਾਧੀ 'ਚ ਉੱਠ ਕੇ ਆ ਕੇ ਮਹਾਂਪੁਰਖਾਂ ਨੂੰ ਦੱਸਿਆ ਜੀ ਇਸ ਤਰ੍ਹਾਂ ਅੱਜ ਕੌਤਕ ਵਰਤਿਆ। ਮਹਾਂਪੁਰਖ ਕਹਿਣ ਲੱਗੇ ਭਾਈ ਮੈਂ ਇਉਂ ਤਾਂ ਨਹੀਂ ਯਕੀਨ ਮੰਨਦਾ, ਤੂੰ ਕੱਲ ਨੂੰ ਦੁਬਾਰਾ ਸਮਾਧੀ 'ਚ ਬੈਠੀ, ਜੇ ਦੁਬਾਰਾ ਵੇਦ ਆਏ ਤਾਂ ਉਹਨਾਂ ਦੀਆਂ ਸੁਰਤੀਆਂ ਸ਼ਲੋਕ ਲਿਖ ਕੇ ਲਿਆਈ। ਅਗਲੇ ਦਿਨ ਫੇਰ ਸਮਾਧੀ 'ਚ ਬੈਠੇ, ਉਵੇਂ ਵੇਦਾਂ ਦੀਆਂ ਸੁਰਤੀਆਂ ਅੱਗੋਂ ਦੀ ਲੰਘੀਆਂ ਮਹਾਂਪੁਰਖਾਂ ਨੇ ਲਿਖ ਲਈਆਂ। ਆ ਕੇ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਵਿਖਾਈਆਂ। ਮਹਾਂਪੁਰਖ ਕਹਿਣ ਲੱਗੇ ਪੁਰਖਾ ਹੁਣ ਤੇਰੀ ਕਮਾਈ ਪੂਰੀ ਹੋ ਗਈ, ਤੇਰੇ ਅੱਗੇ ਸਾਰੀਆਂ ਸ਼ਕਤੀਆਂ ਹੱਥ ਜੋੜ ਕੇ ਖਲੋ ਗਈਆਂ ਨੇ। ਤੈਨੂੰ ਹੁਣ ਵਿਦਿਆ ਪੜ੍ਹਨ ਦੀ ਲੋੜ ਨਹੀਂ, ਅੱਗੇ ਪੜ੍ਹਾਉਣ ਦੀ ਲੋੜ ਹੈ। ਸਾਰੀਆਂ ਵਿਦਿਆ ਤੈਨੂੰ ਪ੍ਰਗਟ ਹੋ ਗਈਆਂ, ਹੁਣ ਸਫੁਰ ਹੋ ਗਈਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਬਾਲਪਨ 'ਚ ਸਨ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਬਾਬਾ ਜੀ ਤੁਸੀਂ ਸਾਹਿਬਜ਼ਾਦੇ ਨੂੰ ਵਿਦਿਆ ਪੜ੍ਹਾਓ। ਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨਿਮਰਤਾ ਜਾ ਕੇ ਕਹਿਣ ਲੱਗੇ ਮਹਾਰਾਜ ਮੈਂ ਤੁਹਾਡੇ ਦਰ ਦਾ ਕਾਹੀ ਸਿੱਖ ਹਾਂ। ਮਹਾਰਾਜ ਮੈਂ ਤਾਂ ਕੋਈ ਵਿਦਿਆ ਜਾਣਦਾ ਨਹੀਂ। ਹੱਸ ਕੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਬਾਬਾ ਜੀ ਇਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ, ਕੋਈ ਐਸੀ ਵਿਦਿਆ ਨਹੀਂ ਦੁਨੀਆ ਦੀ ਤਿੰਨਾਂ ਲੋਕਾਂ ਦੀ ਜਿਹੜੀ ਤੁਹਾਨੂੰ ਨਾ ਆਉਂਦੀ ਹੋ। ਭਾਵੇਂ ਤੁਸੀਂ ਕਿਸੇ ਕੋਲੋਂ ਨਾ ਪੜ੍ਹੇ ਹੋਣ, ਪਰ ਗੁਰੂ ਦੀ ਕਿਰਪਾ ਨਾਲ ਸਭ ਕੁਝ ਤੁਹਾਨੂੰ ਅੰਦਰੋਂ ਹੀ ਪ੍ਰਗਟ ਹੋ ਗਿਆ। ਤੁਸੀਂ ਸਾਹਿਬਜ਼ਾਦੇ ਨੂੰ ਪੜ੍ਹਾਓ। ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਮੁਖੀ ਅੱਖਰ, ਘੋੜ ਸਵਾਰੀ, ਸ਼ਸਤਰ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਬਖਸ਼ੀ। ਸੋ ਨਾਮ ਦੁਆਰਾ ਸਭ ਕੁਝ ਪ੍ਰਗਟ ਹੋ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਵ ਨਿਧੀ 9 ਨਿਧੀਆਂ ਨੇ, ਅਣਮਾ ਮਹਿਮਾ ਲਗਮਾ। ਅਣੂ ਜਿੰਨਾ ਛੋਟਾ ਸਰੀਰ ਕਰ ਲੈਣਾ, ਸਰੀਰ ਵਧਾ ਲੈਣਾ, ਸਰੀਰ ਨੂੰ ਹੌਲਾ ਕਰ ਲੈਣਾ, ਭਾਰੀ ਕਰ ਲੈਣਾ। ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ, ਮਤ ਦੇਖ ਭੂਲਾ ਵੀਸਰਾ ਤੇਰਾ ਚਿੱਤ ਨਾ ਆਵੇ ਨਾਉ। ਜਦੋਂ ਆਪਣੇ ਨੇੜੇ ਸੰਗਰੂਰ ਨਾਨਕਿਆਣਾ ਸਾਹਿਬ ਮਹਾਰਾਜ ਦੇ ਕੋਲ ਕਲਯੁਗ ਆਇਆ ਤਾਂ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਿਆ ਮਹਾਰਾਜ ਮੈਂ ਤੁਹਾਨੂੰ ਰਿੱਧੀਆਂ ਸਿੱਧੀਆਂ ਦੇ ਦਿੰਦਾ। ਮਹਾਰਾਜ ਕਹਿਣ ਲੱਗੇ ਇਹ ਰਿੱਧੀਆਂ ਸਿੱਧੀਆਂ ਪਾ ਕੇ ਮਤ ਦੇਖ ਭੂਲਾ ਵਿਸਰਾ, ਕਿਤੇ ਉਹ ਰੱਬ ਦਾ ਨਾਂ ਹੀ ਨਾ ਭੁੱਲ ਜੇ ਸਾਨੂੰ, ਤੇਰਾ ਚਿੱਤ ਨਾ ਆਵੇ ਨਾ, ਇਸ ਲਈ ਸਾਨੂੰ ਇਹ ਨਹੀਂ ਚਾਹੀਦੀ। ਸੋ ਇਹ ਮਹਾਰਾਜ ਕਹਿੰਦੇ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ। ਇਹ ਪਿੱਛੇ ਲੱਗੀਆਂ ਫਿਰਦੀਆਂ ਨੇ ਕਿਹਦੇ? ਜੋ ਹਰ ਹਿਰਦਾ ਸਦਾ ਵਸਾਏ, ਹਿਰਦੇ 'ਚ ਨਾਮ ਨੂੰ ਵਸਾਉਂਦਾ। ਹੁਣ ਹਿਰਦੇ 'ਚ ਆਪਾਂ ਵੇਖਣਾ ਵੀ ਕਿਹਦੇ ਆਪਣੇ ਨਾਮ ਵਸਿਆ ਹੋਇਆ। ਹਿਰਦੇ 'ਚ ਨਾਮ ਤਾਂ ਵਸਦਾ ਜੇ ਪਹਿਲਾਂ ਰਸਨਾ ਨਾਲ ਜਪਾਂਗੇ। ਸਭ ਤੋਂ ਪਹਿਲਾਂ ਰਸਨਾ ਨਾਲ ਸ਼ੁਰੂ ਕਰਨਾ ਬੋਲ ਕੇ। ਇੰਨਾ ਕੁ ਬੋਲਣਾ ਜੀਭ ਨਾਲ ਵੀ ਕੰਨਾਂ ਨੂੰ ਸੁਣੇ,
ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਵਾਹਿਗੁਰੂ 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 ਕਹੀ ਜਾਣਾ ਹੈ। ਕੋਈ ਤਰੀਕੇ ਪੁੱਛਣ ਦੀ ਲੋੜ ਨਹੀਂ, ਕੋਈ ਜੁਗਤੀ ਪੁੱਛਣ ਦੀ ਲੋੜ ਨਹੀਂ। ਪੰਜਾਂ ਪਿਆਰਿਆਂ ਨੇ ਕਿਰਪਾ ਕੀਤੀ ਹੋਈ ਹੈ। ਜਿਹਨੇ ਅੰਮ੍ਰਿਤ ਛਕਿਆ ਉਹ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਫਿਰ ਇਹ ਰਸਨਾ ਬੰਦ ਹੋ ਜਾਂਦੀ ਆ, ਗਲੇ 'ਚ ਚੱਲਣ ਲੱਗ ਜਾਂਦੀ। ਫਿਰ ਉਹਦਾ ਅਭਿਆਸ ਕਈ ਸਾਲ ਜਦੋਂ ਹੁੰਦਾ ਰਹਿੰਦਾ, ਗੁਰੂ ਸਾਹਿਬ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਅੱਗੇ ਕਿਰਪਾ ਹੋ ਜਾਂਦੀ, ਫਿਰ ਹਿਰਦੇ 'ਚ ਵਸ ਜਾਂਦਾ। ਇਉਂ ਜਿਹੜੇ ਗੁਰਮੁਖ ਨੇ ਮਹਾਰਾਜ ਕਹਿੰਦੇ ਉਹ ਨਾਮ ਜਪਦਿਆਂ ਜਪਦਿਆਂ ਇਹ ਸ਼ਕਤੀਆਂ ਨੂੰ ਪ੍ਰਾਪਤ ਕਰ ਲੈਂਦੇ ਹਨ। ਬਿਨ ਸਤਿਗੁਰ ਨਾਉ ਨ ਪਾਈਐ, ਬੁਝਹੁ ਕਰ ਵਿਚਾਰ। ਹਾਂ, ਇਹ ਸ਼ਕਤੀਆਂ ਦਾ ਮਾਲਕ ਨਾਮ ਹਰ ਕੋਈ ਨਹੀਂ ਦੇ ਸਕਦਾ। ਨਾਮ ਦੇਣ ਦੀ ਤਾਕਤ ਸੰਸਾਰ 'ਚ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲ ਆ, ਗੁਰੂ ਕੋਲ ਆ। ਕਈ ਲੋਕ ਹੋਰ ਵੀ ਨਾਮ ਦਿੰਦੇ ਆ, ਉਹ ਮਹਾਰਾਜ ਨੇ ਬਾਣੀ 'ਚ ਕਹਿ ਦਿੱਤਾ, ਕਾਚੇ ਗੁਰ ਤੇ ਮੁਕਤ ਨਾ ਹੁਆ। ਉਹ ਤਾਂ ਮਹਾਰਾਜ ਨੇ ਦਿਖਾ ਦਿੱਤਾ ਸੀ। ਮਾਧੋ ਦਾਸ ਵੈਰਾਗੀ ਨੂੰ ਮਹਾਰਾਜ ਕਹਿਣ ਲੱਗੇ, ਮਾਧੋ ਦਾਸ, ਕਲਗੀਆਂ ਵਾਲੇ ਕਹਿੰਦੇ ਪਤਾ ਤੇਰਾ ਗੁਰੂ ਕਿੱਥੇ ਹੈ? ਕਹਿਣ ਲੱਗਿਆ ਜੀ ਬੜਾ ਉਹ ਤਾਂ ਕਮਾਈ ਵਾਲਾ ਸੀ, ਤੰਤਰ ਮੰਤਰ ਜੰਤਰ ਸਿੱਧ ਸੀ, ਉਹਨੂੰ ਸਾਰੇ ਬੜੀਆਂ ਸ਼ਕਤੀਆਂ ਸੀ, ਉਹ ਤਾਂ ਕਿਤੇ ਸਵਰਗ ਆਦਿਕ 'ਚ ਹੋ। ਮਹਾਰਾਜ ਕਹਿੰਦੇ ਮਾਧੋ ਦਾਸ ਆ ਤੇਰੇ ਬਾਗ ਦੇ ਵਿੱਚ ਹੀ ਆ ਤੇਰਾ ਗੁਰੂ। ਕਹਿੰਦਾ ਹੈ ਮਹਾਰਾਜ ਇੱਥੇ। ਮਹਾਰਾਜ ਕਹਿੰਦੇ ਆਓ ਵੇਖ ਸਾਹਮਣੇ ਦਰਖਤ ਤੇ ਜਿਹੜਾ ਫਲ ਲੱਗਿਆ ਨਾ, ਫਲ ਤੋੜ ਕੇ ਲਿਆਓ, ਉਹਦੇ ਵਿੱਚ ਕੀੜਾ ਹੈ, ਤੇਰਾ ਗੁਰੂ ਕੀੜੇ ਦੀ ਜੂਨ 'ਚ ਪਿਆ ਹੋਇਆ। ਜਦੋਂ ਫਲ ਤੋੜ ਕੇ ਲਿਆਂਦਾ, ਤੋੜਿਆ, ਸੱਚਮੁੱਚ ਉਹਦੇ ਵਿੱਚੋਂ ਕੀੜਾ ਨਿਕਲਿਆ। ਮਹਾਰਾਜ ਨੇ ਜਲ ਛਿੜਕ ਕੇ ਵਾਹਿਗੁਰੂ ਕਹਿ ਕੇ ਉਹਦੀ ਰੂਹ ਮੁਕਤ ਕਰ ਦਿੱਤੀ। ਰੂਹ ਸਾਹਮਣੇ ਪ੍ਰਗਟ ਹੋਈ। ਤੁਸੀਂ ਇਤਿਹਾਸ ਪੜ੍ਹ ਲਓ। ਰੂਹ ਨੇ ਫਿਰ ਦੱਸਿਆ ਮਾਧੋ ਦਾਸ ਨੂੰ ਵੀ ਆ ਮਾਧੋ ਦਾਸ, ਮੈਂ ਸੱਚਮੁੱਚ ਤੇਰਾ ਗੁਰੂ ਹਾਂ, ਮੈਂ ਮੁਕਤ ਨਹੀਂ ਹੋ ਸਕਿਆ। ਜਿਹੜਾ ਗੁਰੂ ਆਪ ਨਹੀਂ ਮੁਕਤ, ਉਹ ਦੂਜਿਆਂ ਨੂੰ ਕਿੱਥੇ ਮੁਕਤ ਕਰੂਗਾ? ਇਹ ਤਾਂ ਆਪ ਮੁਕਤ ਕਰੈ ਸੰਸਾਰ। ਆਪ ਗੁਰੂ ਨਾਨਕ ਦਸਾਂ ਜਾਮਿਆਂ 'ਚ ਵਰਤੇ। ਹੁਣ ਦਸਾਂ ਜਾਮਿਆਂ ਦਾ ਰੂਪ ਗੁਰੂ ਗ੍ਰੰਥ ਸਾਹਿਬ ਤੇ ਸਤਿਗੁਰੂ ਕਿਰਪਾ ਕਰਦੇ ਆ। ਫਿਰ ਪੰਜਾਂ ਪਿਆਰਿਆਂ ਦੁਆਰਾ ਜੁਗਤੀ ਦੇ ਦਿੱਤੀ ਵੀ ਨਾਮ ਦ੍ਰਿੜ ਕਰਾਇਆ ਜਾਂਦਾ ਜਿਹੜਾ ਅੰਮ੍ਰਿਤ ਛਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਉਂ ਭਾਈ, ਬਿਨ ਸਤਿਗੁਰੂ ਨਾਮ ਨਾ ਪਾਈਐ, ਬੁੱਝੋ ਕਰ ਵਿਚਾਰ। ਵਿਚਾਰ ਕਰਕੇ ਵੇਖ ਲੋ ਗੁਰਮੁਖਾਂ ਨਾਲ, ਜਿਨ੍ਹਾਂ ਨੇ ਪ੍ਰਾਪਤੀ ਕੀਤੀ ਹੈ ਉਹਨਾਂ ਨੂੰ ਪੁੱਛ ਕੇ ਵੇਖ ਲੋ। ਇਹ ਨਾਮ ਪੂਰੇ ਗੁਰੂ ਤੋਂ ਬਿਨਾ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਹੋਰ ਨਹੀਂ ਦੇ ਸਕਦਾ। ਨਾਨਕ ਪੂਰਾ ਭਾਗ ਸਤਿਗੁਰ ਮਿਲੈ। ਮਹਾਰਾਜ ਕਹਿੰਦੇ ਭਾਈ ਇਹ ਪੂਰੇ ਭਾਗਾਂ ਨਾਲ ਗੁਰੂ ਮਿਲਦਾ ਹੈ, ਹਰ ਕਿਸੇ ਨੂੰ ਨਹੀਂ। ਨਹੀਂ ਤਾਂ ਵੇਖ ਲਓ ਕਿਤਨੀ ਸ੍ਰਿਸ਼ਟੀ ਆ, ਅਰਬਾਂ ਖਰਬਾਂ ਦੀ ਗਿਣਤੀ 'ਚ, ਸਾਰਿਆਂ ਨੂੰ ਗੁਰੂ ਪ੍ਰਾਪਤ ਨਹੀਂ ਹੈ। ਗੁਰੂ ਕੇਵਲ ਮੱਥਾ ਟੇਕਣ ਨਾਲ ਪ੍ਰਾਪਤ ਨਹੀਂ ਹੈ। ਗੁਰੂ ਪ੍ਰਾਪਤੀ ਅੰਮ੍ਰਿਤ ਛਕ ਕੇ ਆ। ਕਈ ਵਾਰ ਅਸੀਂ ਕਹਿ ਦਿੰਦੇ ਆ ਜੀ ਰਹਿਤ ਨਹੀਂ ਰੱਖੀ ਜਾਣੀ, ਉੱਥੇ ਬੇਨਤੀ ਕਰੀਦੀ ਆ ਗੁਰਮੁਖੋ ਰਹਿਤ ਨੂੰ ਤੁਸੀਂ ਨਹੀਂ ਰੱਖਣਾ, ਰਹਿਤ ਨੇ ਤੁਹਾਡੀ ਰੱਖਿਆ ਕਰਨੀ। ਤੁਸੀਂ ਨਹੀਂ ਅੰਮ੍ਰਿਤ ਨੂੰ ਰੱਖਣਾ, ਅੰਮ੍ਰਿਤ ਨੇ ਤੁਹਾਨੂੰ ਰੱਖਣਾ, ਤੁਹਾਡੀ ਰੱਖਿਆ ਕਰਨੀ ਹੈ ਲੋਕ 'ਚ ਵੀ ਪਰਲੋਕ 'ਚ ਵੀ। ਇਹ ਤਾਂ ਸਾਰੇ ਮਨ ਦੇ ਵਹਿਮ ਨੇ, ਮਨ ਦੀਆਂ ਹੀਲ ਹੁਜਤਾਂ ਨੇ। ਮਾੜੇ ਕਰਮ ਨਹੀਂ ਸਾਨੂੰ ਅੰਮ੍ਰਿਤ ਛਕਣ ਦਿੰਦੇ। ਕਈ ਅੰਮ੍ਰਿਤ ਛਕ ਕੇ ਉਦੋਂ ਗਾਹ ਨਹੀਂ ਵੱਧਦੇ, ਨਾ ਨਾਮ ਜਪਣ ਨਾ ਬਾਣੀ ਪੜ੍ਹਨ ਸੁਣਨ। ਅੰਮ੍ਰਿਤ ਛਕ ਲਿਆ, ਦਾਖਲਾ ਲੈ ਲਿਆ, ਦਾਖਲਾ ਲੈ ਕੇ ਕੋਈ ਬੱਚਾ ਸਕੂਲ ਜਾਵੇ ਹੀ ਨਾ। ਕਈ ਬੱਚੇ ਸਕੂਲ ਜਾਂਦੇ ਆ ਫਿਰ ਪੜ੍ਹਦੇ ਨਹੀਂ। ਉਹ ਸਮਝ ਲਓ ਵੀ ਅਸੀਂ ਗੁਰੂ ਘਰ ਆਉਨੇ ਆ, ਗੁਰੂ ਘਰ ਜਿਹੜੀ ਸਿੱਖਿਆ ਮਿਲਦੀ ਆ ਨਾਮ ਜਪਣ ਦੀ, ਸੇਵਾ ਸਿਮਰਨ ਦੀ, ਉਹ ਨਹੀਂ ਕਰਦੇ। ਹੋਮਵਰਕ ਨਹੀਂ ਕਰਦੇ ਜਿਹੜੇ ਬੱਚੇ, ਉਹ ਫਿਰ ਜਦੋਂ ਪੇਪਰ ਹੁੰਦੇ ਆ ਫੇਲ ਹੋ ਜਾਂਦੇ ਆ। ਐਵੇਂ ਅਸੀਂ ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ। ਕਈ ਵਾਰ ਕਈ ਗੁਰਮੁਖ ਗੁਰੂ ਘਰ ਆ ਕੇ, ਇਹਦਾ ਵੀ ਲਾਭ ਹੈ, ਪਰ ਪੂਰਨ ਲਾਭ ਤਾਦੀ ਹੈ ਜੋ ਸਤਿਗੁਰੂ ਕਹਿੰਦੇ ਇਹਨੂੰ ਕਮਾਈਏ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛਾ ਪਛਤਾਏ। ਹੁਣ ਕਿਸੇ ਨੂੰ ਰੋਗ ਹੋਵੇ, ਡਾਕਟਰ ਕੋਲ ਜਾਵੇ ਤੇ ਡਾਕਟਰ ਉਹਨੂੰ ਦਵਾਈ ਦੇ ਦੇਵੇ ਵੀ ਆਹ ਭਾਈ ਤੂੰ ਦਵਾਈ ਖਾ ਲਾ ਤੇ ਆਹ ਪਰਹੇਜ਼ ਰੱਖ ਲੈ, ਤੂੰ ਠੀਕ ਹੋ ਜਾਵੇਂ।
ਹੁਣ 6 ਮਹੀਨੇ ਸਾਲ ਲੰਘ ਗਿਆ, ਕੋਈ ਰਿਸ਼ਤੇਦਾਰ ਪੁੱਛੇ ਵੀ ਤੈਨੂੰ ਦਵਾਈ ਦਵਾ ਕੇ ਲਿਆਇਆ ਸੀ, ਠੀਕ ਹੋ ਗਿਆ? ਕਹਿਣ ਲੱਗਾ ਵੀ ਠੀਕ ਤਾਂ ਹੋਇਆ ਨਹੀਂ, ਉਹ ਤਾਂ ਡਾਕਟਰ ਹੀ ਨਹੀਂ ਸੀ ਵਧੀਆ। ਉਹ ਕਹਿਣ ਲੱਗਿਆ ਕਿੰਨਾ ਚਿਰ ਦਵਾਈ ਖਾਧੀ? ਕਹਿੰਦਾ ਦਵਾਈ ਤਾਂ ਨਹੀਂ ਖਾਧੀ ਮੈਂ। ਉਹ ਕਹਿੰਦਾ ਭਲਿਆ ਲੋਕਾਂ, ਜੇ ਦਵਾਈ ਨਹੀਂ ਖਾਧੀ ਫਿਰ ਡਾਕਟਰ ਕਿਵੇਂ ਮਾੜਾ ਹੋ ਗਿਆ, ਤੇਰਾ ਇਲਾਜ ਕਿਵੇਂ ਹੋਊਗਾ? ਗੁਰੂ ਕੋਲ ਜਾਈ ਜਾਈਏ ਤੇ ਗੁਰੂ ਸਾਹਿਬ ਨੂੰ ਅਸੀਂ ਮਾੜਾ ਚੰਗਾ ਕਹੀ ਜਾਈਏ, ਸਾਡਾ ਆਹ ਕੰਮ ਨਹੀਂ ਪੂਰਾ ਹੋਇਆ ਜੀ, ਉਹ ਨਹੀਂ ਹੋਇਆ, ਉਹ ਸਾਡੇ 'ਚ ਹੀ ਘਾਟਾ ਨਹੀਂ, ਗੁਰੂ 'ਚ ਕਿਤੇ ਘਾਟ ਨਹੀਂ। ਗੁਰੂ ਦੇ ਆਖੇ ਲਾ ਕੇ ਅਸੀਂ ਜੀਵਨ ਕਮਾਈਏ ਤਾਂ ਇੱਕ ਛਿੰਝ ਸਭ ਕੁਝ ਪ੍ਰਾਪਤ ਹੋ ਜਾਂਦਾ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਦਿੱਕਤ ਇੱਥੇ ਆ ਵੀ ਅਸੀਂ ਨਾਮ ਨਹੀਂ ਜਪਦੇ। ਜੇ ਨਾਮ ਜਪਦੇ ਆ, ਬਾਣੀ ਪੜ੍ਹਦੇ ਆ, ਤਾਂ ਔਗਣ ਨਹੀਂ ਛੱਡਦੇ। ਉਵੇਂ ਔਗਣ ਸਾਡੇ ਜੀਵਨ 'ਚ ਰਹਿੰਦੇ ਆ, ਉਹੀ ਔਗਣ ਪਹਿਲਾਂ ਸੀ, ਉਹੀ ਔਗਣ ਬਾਅਦ 'ਚ। ਨਾਮ ਜਪਦਿਆਂ ਜਪਦਿਆਂ, ਬਾਣੀ ਪੜ੍ਹਦਿਆਂ ਰੋਜ਼ ਰੋਜ਼ ਮਨ ਦੇ ਵਿੱਚ ਵਿਚਾਰ ਕਰਕੇ ਆਪਣੇ ਜੀਵਨ ਦੇ ਔਗਣ ਤਿਆਗਣੇ ਆ। ਇਹ ਨਹੀਂ ਵੀ ਜਿਹੜੇ ਸਾਡੇ ਜਵਾਨੀ 'ਚ ਔਗਣ ਸੀ ਬੁਢੇਪੇ 'ਚ ਵੀ ਉਹੀ ਔਗਣ ਹੋਣ। ਫਿਰ ਬਾਣੀ ਪੜ੍ਹਨ ਦਾ ਲਾਭ ਕੀ ਹੋਇਆ? ਗੁਣਾ ਕਰਕੇ ਪ੍ਰਭੂ ਦੀ ਪ੍ਰਾਪਤੀ ਹੋਣੀ ਆ, ਔਗਣ ਕਰਕੇ ਨਹੀਂ ਹੋਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਰੋਜ਼ ਰੋਜ਼ ਅਰਦਾਸ ਕਰੋ, ਮਹਾਰਾਜ ਮੇਰੇ ਚ ਔਗਣ, ਆ ਔਗਣ ਕੱਢ ਦਿਓ, ਕਿਰਪਾ ਕਰ ਦਿਓ। ਗੁਣ ਔਗਣ ਹੈ ਸਭ ਵਿਖੈ, ਇਨ ਬਿਨ ਜੰਤ ਨਾ ਕੋਈ। ਕੋਈ ਐਸਾ ਮਨੁੱਖ ਨਹੀਂ ਜਿਹ ਚ ਗੁਣ ਵੀ ਨਾ ਹੋਣ ਤੇ ਔਗਣ ਵੀ ਨਾ ਹੋਣ। ਸਾਰਿਆਂ ਚ ਗੁਣ ਵੀ ਨੇ, ਔਗਣ ਵੀ ਨੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪੂਰੇ ਭਾਗਾਂ ਤੋਂ ਬਿਨਾ ਪੂਰਾ ਗੁਰੂ ਨਹੀਂ ਮਿਲਦਾ। ਸੁਖ ਪਾਏ ਜੁਗ ਚਾਰ। ਪਹਿਲੇ ਸ਼ਲੋਕ ਦੀ ਸਮਾਪਤੀ ਤੇ ਫਰਮਾਉਂਦੇ ਆ ਭਾਈ ਜਿਹਨੇ ਪੂਰਾ ਗੁਰੂ ਪਾ ਲਿਆ, ਚਾਰੇ ਯੁੱਗਾਂ 'ਚ ਉਹਨੂੰ ਸੁੱਖ ਮਿਲਿਆ। ਇਹ ਚਾਰੇ ਯੁੱਗਾਂ ਦਾ ਜਿਹੜਾ ਸੰਸਾਰ ਹੈ, ਇਹਦੇ ਵਿੱਚ ਪੂਰੇ ਗੁਰੂ ਵਾਲੇ ਨੂੰ ਹੀ ਸੁੱਖ ਮਿਲਦਾ ਹੈ। ਮਹੱਲਾ ਤੀਜਾ। ਦੂਸਰੇ ਸ਼ਲੋਕ ਦੀ ਆਰੰਭਤਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਕਿਆ ਗੱਭਰੂ ਕਿਆ ਬਿਰਧ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਲਯੁਗ ਦੇ ਵਿੱਚ ਸੰਸਾਰ 'ਚ ਭਾਵੇਂ ਕੋਈ ਗੱਭਰੂ ਜਵਾਨ ਹੈ, ਭਾਵੇਂ ਕੋਈ ਬਿਰਧ ਬਜ਼ੁਰਗ ਹੈ, ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਮਹਾਰਾਜ ਕਹਿੰਦੇ ਭਾਵੇਂ ਗੱਭਰੂ ਜਵਾਨੀ ਦੇ ਵਿੱਚ ਮਨਮੁਖ ਹੈ, ਗੁਰੂ ਨਹੀਂ ਧਾਰਿਆ, ਤਾਂ ਉਹ ਤ੍ਰਿਸ਼ਨਾ 'ਚ ਹੀ ਭਟਕਦਾ ਰਹਿੰਦਾ, ਮਾਇਆ ਪਿੱਛੇ ਹੀ ਲੱਗਿਆ ਰਹਿੰਦਾ, ਵਿਕਾਰਾਂ 'ਚ ਹੀ ਜੀਵਨ ਗ੍ਰਸਤ ਰਹਿੰਦਾ। ਭਾਵੇਂ ਕੋਈ ਬਿਰਧ ਹੈ, ਇਹ ਨਹੀਂ ਵੀ ਜੇ ਕੋਈ ਬਜ਼ੁਰਗ ਹੋ ਗਿਆ ਤੇ ਸਿਆਣਾ ਹੋ ਗਿਆ। ਅਕਸਰ ਇਸ ਪਾਸੇ ਵੈਸੇ ਵਿਚਾਰ ਕਰਨੀ ਵੀ ਨਹੀਂ ਚਾਹੀਦੀ, ਪਰ ਜਦੋਂ ਬਜ਼ੁਰਗ ਨਾਮ ਨਹੀਂ ਜਪਦਾ, ਗੁਰੂ ਵਾਲਾ ਨਹੀਂ ਬਣਦਾ, ਉਹਦੇ ਕਿਤੇ ਜੀਵਨ ਦੇ ਨੇੜੇ ਹੋ ਕੇ ਵੇਖਿਆ ਜਾਵੇ, ਉਹਦਾ ਜੀਵਨ ਉਦੋਂ ਵੀ ਵੱਧ ਵਿਕਾਰੀ ਹੋ ਜਾਂਦਾ। ਐਸੇ ਬਹੁਤ ਬਜ਼ੁਰਗ ਵੇਖੇ ਸੁਣੇ ਤੁਸੀਂ ਹੋਣਗੇ। ਅਕਸਰ ਪਿੰਡਾਂ ਦੇ ਵਿੱਚ, ਸੱਥਾਂ ਦੇ ਵਿੱਚ ਬੈਠੇ ਬਜ਼ੁਰਗ, ਜਦੋਂ ਇਕੱਲੇ ਬਜ਼ੁਰਗ ਹੋਣ, ਉਹਨਾਂ ਦੀਆਂ ਗੱਲਾਂ ਸੁਣੋ, ਕਿਤੇ ਵਿਕਾਰੀ ਵਿਵਚਾਰੀ ਗੱਲਾਂ। ਕੋਈ ਗੁਰੂ ਘਰ ਦੀ ਗੱਲ ਨਹੀਂ, ਕੋਈ ਸੰਗਤ ਦੀ ਗੱਲ ਨਹੀਂ, ਐਵੇਂ ਮਾਈਆਂ ਚੁਗਲੀਆਂ ਇਕੱਠੀਆਂ ਹੋ ਕੇ ਕਦੇ ਕਿਸੇ ਦੇ ਪਰਿਵਾਰ ਬਾਰੇ, ਕਦੇ ਕਿਸੇ ਦੇ ਜੀਵਨ ਬਾਰੇ, ਕਦੇ ਕੁਛ ਕਦੇ ਕੁਝ। ਨਹੀਂ ਤਾਂ ਬਾਣੀ ਕਹਿੰਦੀ ਹੈ ਵੀ ਜਦੋਂ ਦੋ ਗੁਰਸਿੱਖ, ਭਾਵੇਂ ਕੋਈ ਬੰਦਾ ਹੈ ਭਾਵੇਂ ਬੀਬੀ ਹੈ, ਵਿਚਾਰ ਕਰੇ, ਗੱਲ ਕਰੇ, ਤਾਂ ਉਹ ਕੇਵਲ ਗੁਰੂ ਤੇ ਗੁਰੂ ਦੀ ਸੰਗਤ ਤੇ ਗੁਰੂ ਦੇ ਇਤਿਹਾਸ ਬਾਰੇ ਕਰੇ। ਉਹਦੇ ਚ ਲਾਭ ਹੈ, ਉਹ ਸੰਗਤ ਹੋ ਜਾਣੀ। ਨਹੀਂ ਤਾਂ ਘੰਟਿਆਂ ਬੱਧੀ ਚੁਗਲੀਆਂ ਚੱਲਦੀਆਂ ਰਹਿੰਦੀਆਂ, ਉਹਦਾ ਲੇਖਾ ਦੇਣਾ ਪੈਣਾ। ਇੱਕ ਇੱਕ ਸਵਾਸ ਦਾ ਉੱਥੇ ਲੇਖਾ ਹੋਣਾ ਹੈ। ਤੇ ਜਿਹੜਾ ਕਰਮ ਅਸੀਂ ਕੀਤਾ ਨਾ, ਬਾਣੀ ਦਾ ਇਹ ਬਚਨ ਹੈ ਵੀ ਉਹ ਕਰਮ ਨੇ ਸਾਹਮਣੇ ਰੂਪ ਧਾਰ ਕੇ ਖਲੋ ਜਾਣਾ ਵੀ ਆਹ ਤਾਂ ਮੈਨੂੰ ਕੀਤਾ। ਇਸ ਸਵਾਸ ਦੇ ਵਿੱਚ ਮੁੱਕਰ ਨਹੀਂ ਦੇਣਾ, ਉੱਥੇ ਫਿਰ ਲੇਖਾ ਦੇਣਾ ਬੜਾ ਔਖਾ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਵਿਕਾਰਾਂ ਦੀ ਭੁੱਖ ਸਰੀਰ ਦੀ ਉਮਰ ਨਾਲ ਸੰਬੰਧ ਨਹੀਂ ਰੱਖਦੀ। ਇਹ ਭਾਵੇਂ ਜਵਾਨ ਆ ਭਾਵੇਂ ਬਿਰਧ ਹੈ।
ਗੁਰਮੁਖ ਸ਼ਬਦੇ ਰਤਿਆ। ਹਾਂ, ਜਿਹੜਾ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੁਆਰਾ ਗੁਰੂ ਦੇ ਮੁਖ ਤੋਂ ਗੁਰਮੰਤਰ ਲੈਂਦਾ ਹੈ, ਉਹ ਸ਼ਬਦ ਵਿੱਚ ਜਿਹੜਾ ਰਤਿਆ ਗਿਆ, ਰੰਗਿਆ ਗਿਆ, ਸੀਤਲ ਹੋਏ ਆਪ ਗਵਾਏ। ਉਹਦਾ ਮਨ ਸ਼ਾਂਤ ਹੋ ਜਾਂਦਾ, ਮਨ ਸੀਤਲ ਹੋ ਜਾਂਦਾ, ਆਪਾ ਭਾਵ ਤਿਆਗ ਦਿੰਦਾ। ਉਹ ਕਿਸੇ ਵੀ ਉਮਰ 'ਚ ਹੋਵੇ। ਉਹ 5 ਸਾਲ ਦੀ ਉਮਰ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਵੇਖ, 72 ਸਾਲ ਦੀ ਉਮਰ 'ਚ ਜਿਹਨਾਂ ਸ਼ਬਦ ਸੁਣ ਰਿਹਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੇਖ। ਉਹ ਕਿਸੇ ਵੀ ਉਮਰ 'ਚ ਜਿਹੜਾ ਸ਼ਬਦ ਦੇ ਰੰਗ ਵਿੱਚ ਰੰਗਿਆ ਗਿਆ, ਗੁਰਮੁਖ ਬਣ ਗਿਆ, ਗੁਰੂ ਦਾ ਸਿੱਖ ਬਣ ਗਿਆ, ਉਹਦਾ ਮਨ ਸ਼ਾਂਤ ਹੋ ਜਾਂਦਾ, ਆਪਾ ਭਾਵ ਤਿਆਗ ਦਿੰਦਾ। ਅੰਦਰ ਤ੍ਰਿਪਤ ਸੰਤੋਖਿਆ। ਉਹਦਾ ਪਦਾਰਥਾਂ ਵੱਲੋਂ, ਵਿਕਾਰਾਂ ਵੱਲੋਂ ਮਨ ਤ੍ਰਿਪਤਿਆ ਜਾਂਦਾ। ਅਕਸਰ ਵਿਦਵਾਨ ਦੱਸਦੇ ਐ 80-85% ਅਸੀਂ ਅੱਖਾਂ ਰਾਹੀਂ ਸਰੀਰ ਤੋਂ ਬਾਹਰ ਰਹਿੰਦੇ ਹਾਂ। ਅੱਖਾਂ ਰਾਹੀਂ ਵੇਖਦਿਆਂ ਵੇਖਦਿਆਂ ਅਸੀਂ ਅੱਖਾਂ ਦਾ ਵਿਕਾਰ, ਰੂਪ ਦੋਸ਼ ਭੋਗਦੇ ਹਾਂ। ਅਸੀਂ ਭਾਵੇਂ ਕੁਝ ਵੀ ਵੇਖੀਏ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। 85% ਸਾਡੇ ਜੀਵਨ ਦਾ ਅੱਖਾਂ ਦੁਆਰਾ ਬਤੀਤ ਹੁੰਦਾ ਹੈ, ਬਾਕੀ ਕੰਨਾਂ ਦੁਆਰਾ, ਹੋਰ ਇੰਦਰੀਆਂ ਦੁਆਰਾ। ਜਿਹੜੇ ਗੁਰਮੁਖ ਨੇ ਉਹ ਫਿਰ ਮੂੰਦਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਵਾਜੇ। ਉਹ ਪਰਦ੍ਰਿਸ਼ਟ ਵਿਕਾਰ ਦ੍ਰਿਸ਼ਟ ਨੂੰ ਤਿਆਗ ਕੇ, ਜਿਹਨੂੰ ਅਸੀਂ ਵਿਸ ਸੰਸਾਰ ਦੇਖਦੇ ਹਾਂ, ਇਹਦੇ ਵਿੱਚ ਉਹ ਨਾਮ ਤੱਤ ਵਸਤੂ ਗ੍ਰਹਿਣ ਕਰਦੇ। ਇਹੋ ਹਰ ਕਾ ਰੂਪ ਹੈ। ਉਹ ਹਰ ਥਾਂ ਰੱਬ ਦੀ ਜੋਤ ਵੇਖਦੇ ਆ, ਉਹਨਾਂ ਦੀ ਦ੍ਰਿਸ਼ਟੀ ਦਾ ਫਰਕ ਹੋ ਜਾਂਦਾ। ਇਉਂ ਮਹਾਰਾਜ ਕਹਿੰਦੇ ਉਹਨਾਂ ਦਾ ਅੰਦਰ ਤ੍ਰਿਪਤ ਹੋ ਜਾਂਦਾ, ਫਿਰ ਭੁੱਖ ਨਾ ਲੱਗਾ ਆਏ, ਫਿਰ ਉਹਨਾਂ ਨੂੰ ਭੁੱਖ ਨਹੀਂ ਲੱਗਦੀ। ਨਾਨਕ ਜੇ ਗੁਰਮੁਖ ਕਰ ਹੈ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵ ਲਾਏ। ਜਿਹੜੇ ਨਾਮ ਚ ਲਿਵ ਲਾ ਕੇ ਰੱਖਦੇ ਆ, ਉਹ ਗੁਰਮੁਖਾਂ ਦਾ ਕੀਤਾ ਹੋਇਆ ਪਰਮੇਸ਼ਰ ਵੀ ਨਹੀਂ ਮੋੜਦਾ। ਉਹਨਾਂ ਦਾ ਕੀਤਾ ਹੋਇਆ ਇਹ ਲੋਕ ਚ ਵੀ, ਦਰਗਾਹ ਚ ਵੀ ਪ੍ਰਵਾਨ ਹੋ ਜਾਂਦਾ। ਜੋ ਕਰਦੇ ਆ ਗੁਰਮੁਖ, ਉਹਨੂੰ ਰੱਬ ਵੀ ਮੰਨ ਲੈਂਦਾ। ਮੇਰੀ ਵਾਂਦੀ ਭਗਤ ਛੁਡਾਵੇ, ਬਾਂਦੀ ਭਗਤ ਨਾ ਛੂਟੈ ਮੋਹਿ। ਇਹ ਤਾਂ ਬਾਣੀ ਕਹਿ ਦਿੱਤੀ ਵੀ ਇੱਕ ਵਾਰ ਭਗਤ ਮੈਨੂੰ ਪ੍ਰੇਮ ਦੇ ਬੰਧਨ 'ਚ ਬੰਧ ਲਵੇ, ਫਿਰ ਮੈਂ ਉਹਦੇ ਬੰਧਨ 'ਚ ਛੁੱਟ ਨਹੀਂ ਸਕਦਾ। ਜੋ ਭਗਤ ਨੇ ਕਹਿਤਾ ਉਹੀ ਪਰਮੇਸ਼ਰ ਨੇ ਕਰਨਾ। ਇਸ ਲਈ ਜਦੋਂ ਭਗਤ ਕਬੀਰ ਜੀ ਦੇ ਜੀਵਨ ਦਾ ਜ਼ਿਕਰ ਆਉਂਦਾ ਹੈ ਤਾਂ ਪਰਮੇਸ਼ਰ ਨੇ ਕਿਹਾ ਸੀ, ਕਹੋਂ ਤਾਂ ਧਰਨੇ ਕੋਡੀ ਕਰੋ, ਕਹੋਂ ਤਾਂ ਲੈ ਕੇ ਉੱਪਰ ਧਰੋ। ਜਦੋਂ ਭਗਤ ਨਾਮਦੇਵ ਜੀ ਦੇ ਜੀਵਨ ਦਾ ਜ਼ਿਕਰ ਆਉਂਦਾ ਹੈ, ਉਸ ਵੇਲੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਸੀ, ਆ ਨਾਮਦੇਵ, ਜੇ ਤੂੰ ਕਹੇ ਧਰਤੀ ਨੂੰ ਪੁੱਠੀ ਕਰ ਦਿੰਨੇ ਆ। ਕਹਿਣ ਲੱਗੇ, ਵਾਹਿਗੁਰੂ ਕਾਹਨੂੰ ਇਹੋ ਜਿਹਾ ਕੁਝ ਕਰਨਾ ਹੈ, ਸਾਰੀ ਸ੍ਰਿਸ਼ਟੀ ਖਤਮ ਹੋ ਜਾਊ। ਐ ਨਾਮਦੇਵ, ਤੈਨੂੰ ਇਹ ਬਾਦਸ਼ਾਹ ਤੰਗ ਕਰ ਰਿਹਾ ਹੈ, ਤਸੀਹੇ ਦੇ ਰਿਹਾ ਹੈ, ਜੇ ਤੂੰ ਕਹੇ ਧਰਤੀ ਨੂੰ ਚੁੱਕ ਕੇ ਰੱਖ ਦਿੰਨੇ ਆ ਉੱਪਰ। ਕਹਿਣ ਲੱਗਿਆ, ਨਹੀਂ ਪਰਮੇਸ਼ਰ, ਇਹ ਕੁਝ ਵੀ ਨਹੀਂ ਕਰਨਾ। ਜੇ ਤੁਸੀਂ ਕਿਰਪਾ ਕਰਨੀ ਹੋਈ ਹੈ ਤਾਂ ਇਹਦੀ ਮਰੀ ਗਊ ਜਿਉਂਦੀ ਕਰ ਦਿਓ। ਮਰੀ ਹੋਈ ਗਊ ਜਿਉਂਦੀ ਕਰ ਦਿੱਤੀ ਸੀ ਭਗਤ ਦਾ ਆਖਿਆ ਮੰਨ ਕੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾਂ ਦਾ ਕੀਤਾ ਪ੍ਰਵਾਨ ਤਿੰਨਾਂ ਲੋਕਾਂ 'ਚ ਹੀ ਹੁੰਦਾ ਹੈ। ਪੌੜੀ ਹਉ ਬਲਿਹਾਰੀ ਤਨ ਕਾ, ਜੋ ਗੁਰਮੁਖ ਸਿੱਖਾ। ਹੁਣ ਪੌੜੀ ਦੁਆਰਾ ਸਤਿਗੁਰੂ ਫਰਮਾਉਂਦੇ ਆ, ਭਾਈ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਮੁਖ ਤੋਂ ਸਿੱਖਿਆ ਸੁਣ ਕੇ, ਜਿਨ੍ਹਾਂ ਸਿੱਖਾਂ ਨੇ ਸਿੱਖੀ ਕਮਾਈ ਆ, ਉਹਨਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਆ। ਜੋ ਹਰ ਨਾਮ ਧਿਆਇਂਦੇ, ਤਿਨ ਦਰਸ਼ਨ ਪਿਖਾ। ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਉਹਨਾਂ ਨੇ ਗੁਰੂ ਦਾ, ਪਰਮੇਸ਼ਰ ਦਾ ਦਰਸ਼ਨ ਦੇਖ ਲਿਆ। ਹਿਰਦੇ 'ਚ ਉਹਨਾਂ ਨੂੰ ਸਾਖਿਆਤਕਾਰਤਾ ਹੋ ਜਾਂਦੀ। ਜਿਹੜੇ ਨਾਮ ਜਪਦੇ ਆ, ਉਹਨਾਂ ਨੂੰ ਸ਼ਹੀਦਾਂ ਦੇ ਦਰਸ਼ਨ, ਮਹਾਂਪੁਰਖਾਂ ਦੇ ਦਰਸ਼ਨ, ਫਿਰ ਸਤਿਗੁਰਾਂ ਦੇ ਦਰਸ਼ਨ, ਫਿਰ ਪਰਮੇਸ਼ਰ ਦੇ ਅਬਨਾਸੀ ਸਰੂਪ ਦੇ ਦਰਸ਼ਨ, ਸਰੂਪ ਦੇ ਦਰਸ਼ਨ, ਇਉਂ ਦਰਸ਼ਨ ਹੋ ਆਉਂਦੇ ਆ। ਮਹਾਰਾਜ ਕਹਿੰਦੇ, ਜਿਹੜੇ ਗੁਰਮੁਖ ਨਾਮ ਧਿਆਉਂਦੇ ਆ ਭਾਈ, ਉਹ ਗੁਰਮੁਖਾਂ ਦੇ ਵੀ ਦਰਸ਼ਨ ਕਰਨੇ ਚਾਹੀਦੇ ਹਨ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਉਹ ਵਾਹਿਗੁਰੂ ਦੀ ਕੀਰਤੀ ਨੂੰ ਕਥਾ ਰੂਪ 'ਚ, ਕੀਰਤਨ ਰੂਪ ਵਿੱਚ, ਬਾਣੀ ਰੂਪ 'ਚ, ਨਾਮ ਰੂਪ 'ਚ ਸੁਣਨਾ ਚਾਹੀਦਾ, ਕਰਨਾ ਚਾਹੀਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਆਪਣੇ ਮਨ ਨੂੰ ਇਸ ਪਾਸੇ ਰੰਗਣਾ ਚਾਹੀਦਾ ਹੈ।
ਹਰੀ ਦੇ ਜਸ ਨੂੰ ਆਪਣੇ ਹਿਰਦੇ ਤੇ ਲਿਖ ਲਓ। ਆਪਣੇ ਮਨ ਦੇ ਫੁਰਨਿਆਂ ਨੂੰ ਮੇਟ ਕੇ ਹਿਰਦੇ ਵਿੱਚ ਨਾਮ ਨੂੰ ਲਿਖ ਲਵੋ। ਹਰ ਨਾਮ ਸਲਾਹੀ ਰੰਗ ਸਿਆਂ, ਸਭ ਕਿਲ ਵਿਖ ਕ੍ਰਿਖਾ। ਹਾਂ, ਨਾਮ ਜਿਹੜਾ ਜਪਣਾ ਹੈ ਤੋਤਾ ਰਟਣ ਨਹੀਂ ਜਪਣਾ, ਪ੍ਰੇਮ ਨਾਲ ਜਪਣਾ ਹੈ। ਨਾਮ ਕੋਈ ਮੁਰਦਾ ਕਿਰਿਆ ਨਹੀਂ ਹੈ, ਇਹ ਤਾਂ ਜੀਵਨ ਦੇਣ ਵਾਲੀ ਕਿਰਿਆ। ਨਾਮ ਇਉਂ ਜਪਣਾ ਹੈ ਵੀ ਗੁਰੂ ਸਾਡੇ ਸਨਮੁਖ ਹੈ। ਨਾਮ ਇਉਂ ਜਪਣਾ ਹੈ ਵੀ ਜਿਵੇਂ ਉਹ ਪਰਮੇਸ਼ਰ ਨੂੰ ਅਸੀਂ ਆਵਾਜ਼ ਮਾਰ ਰਹੇ ਹਾਂ। ਇਉਂ ਜਪਣਾ ਹੈ ਵੀ ਗੁਰੂ ਨਾਨਕ ਸੁਣ ਰਿਹਾ। ਜਦੋਂ ਨਾਮ ਜਪਣ ਲੱਗਣਾ, ਕਿਸੇ ਵੀ ਗੁਰੂ ਸਾਹਿਬ ਦਾ ਨਾਮ ਲੈ ਕੇ ਬੇਨਤੀ ਕਰੋ, ਮਹਾਰਾਜ ਆਪ ਕਿਰਪਾ ਕਰਕੇ ਨਾਮ ਜਪਾਓ, ਕਿਰਪਾ ਕਰੋ ਨਾਮ ਸੁਣੋ, ਸਾਥੋਂ ਬਾਣੀ ਸੁਣੋ ਮਹਾਰਾਜ, ਸਾਡੇ ਅੰਗ ਸੰਗ ਹੋਵੋ। ਇਹਨੂੰ ਹਜ਼ੂਰੀ ਦਾ ਜਾਪ ਕਹਿੰਦੇ। ਜਦੋਂ ਹਜ਼ੂਰੀ ਦਾ ਜਾਪ ਕਰਦੇ ਤਾਂ ਦਿਨਾਂ 'ਚ ਹੀ, ਕਈਆਂ ਤੇ ਕੁਝ ਸਕਿੰਟਾਂ ਮਿੰਟਾਂ 'ਚ ਵੀ ਬਖਸ਼ਿਸ਼ਾਂ ਹੁੰਦੀਆਂ ਵੇਖੀਆਂ, ਪਰ ਇਹ ਔਖਾ ਬਹੁਤ ਹੈ। ਇਹਦਾ ਅਭਿਆਸ ਪੱਕਾ ਕਰਨਾ ਪੈਂਦਾ ਹਜ਼ੂਰੀ ਦੇ ਜਾਪ ਦਾ। ਹਰ ਸਮੇਂ ਇਉਂ ਸਮਝਣਾ ਵੀ ਜਦੋਂ ਵਾਹਿਗੁਰੂ ਕਹਿਣਾ ਤਾਂ ਵਾਹਿਗੁਰੂ ਨੂੰ ਅਸੀਂ ਆਵਾਜ਼ ਮਾਰ ਰਹੇ ਹਾਂ। ਫਿਰ ਉਹ ਹਿਰਦੇ 'ਚ ਪੁਕਾਰ ਸੁਣ ਕੇ ਪ੍ਰਗਟ ਹੋ ਆਉਂਦਾ ਹੈ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ। ਜਿਹੜਾ ਉਹ ਰੰਗ ਸਿਉ ਪ੍ਰੇਮ ਨਾਲ ਨਾਮ ਜਪਦਾ, ਮਹਾਰਾਜ ਕਹਿੰਦੇ ਉਹਦੇ ਸਭ ਕਿਲ ਵਿਖ ਕ੍ਰਿਖਾ, ਸਾਰੇ ਕਿਲ ਵਿਖ ਵੱਡੇ ਪਾਪ ਬੱਜਰ ਪਾਪ। ਗੁਰਬਾਣੀ ਨੇ 4 ਕਹੇ ਆ, ਬ੍ਰਾਹਮਣ ਕੈਲੀ ਘਾਤ ਕੰਜਕਾ, ਅਣਚਾਰੀ ਕਾ ਧਾਨ, ਬ੍ਰਹਮ ਹੱਤਿਆ ਕਰਨੀ। ਫਿਰ ਦੂਸਰਾ ਗਊ ਹੱਤਿਆ ਕਰਨੀ, ਗਊ ਗਰੀਬ ਦੀ ਹੱਤਿਆ ਕਰਨੀ। ਤੀਸਰਾ ਬੇਟੀਆਂ ਦੀ ਹੱਤਿਆ ਕਰਨੀ, ਘਾਤ ਕੰਜਕਾ, ਕੰਜਕਾ ਨਾਮ ਧੀ ਦਾ। ਪਹਿਲਾਂ ਜਨਮ ਲੈਣ ਤੋਂ ਬਾਅਦ ਮਾਰਦੇ ਸੀ, ਅੱਜ ਜਨਮ ਲੈਣ ਤੋਂ ਪਹਿਲਾਂ ਹੀ ਮਾਰਨ ਲੱਗ ਗਏ। ਇਹ ਹੈ ਸਾਇੰਸ ਦੀ ਤਰੱਕੀ। ਦੇਖ ਲਓ, ਮਾਤਾ ਦੇ ਉਦਰ ਦੇ ਵਿੱਚ ਹੀ ਜੀਵ ਹੱਤਿਆ ਹੋਣ ਲੱਗ ਗਈ। ਇਹ ਸਭ ਤੋਂ ਵੱਡਾ ਪਾਪ ਕੀ ਹੈ? ਬ੍ਰਾਹਮਣ ਕੈਲੀ ਘਾਤ ਕੰਜਕਾ, ਚੌਥਾ ਗਾ ਅਣਚਾਰੀ ਕਾ ਧਾਨ। ਧਾਨ ਹੁੰਦਾ ਹੈ ਜਿਹੜਾ ਅਸੀਂ ਕੁਝ ਖਾਂਦੇ ਆ, ਖਾਣ ਵਾਲੇ ਪਦਾਰਥ। ਅਣਚਾਰੀ ਜਾ ਕੀ ਰਹਿਤ ਨਾ ਜਾਣੀਐ, ਗੁਰਮੰਤਰ ਨਹੀਂ ਚੀਤ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਹਦੀ ਰਹਿਤ ਦਾ ਸਾਨੂੰ ਨਹੀਂ ਪਤਾ, ਜਿਹਨੇ ਗੁਰਮੰਤਰ ਨਹੀਂ ਲਿਆ ਹੋਇਆ, ਨਾਮ ਨਹੀਂ ਜਪਦਾ, ਚੇਤੇ ਵਿੱਚ ਗੁਰਮੰਤਰ ਨਹੀਂ ਜਿਹਦੇ, ਉਹਦੇ ਹੱਥ ਦਾ ਬਣਿਆ ਹੋਇਆ ਖਾਣਾ ਨਹੀਂ ਖਾਣਾ, ਉਹ ਅਣਚਾਰੀ ਕਾ ਧਾਨ ਹੈ। ਉਹਦੇ ਖਾਦੇ ਹੋਏ ਨਾਲ ਫਲ ਕੀ ਹੋਊਗਾ? ਜੇ ਉਹ ਖਾ ਲਿਆ ਤਾਂ ਸਾਡਾ ਜਿਹੜਾ ਮਨ ਹੈ ਉਹ ਬਿਕਾਰੀ ਹੋ ਜਾਊਗਾ, ਗੁਰੂ ਭੁੱਲ ਜੂ ਸਾਨੂੰ। ਅਣਚਾਰੀ ਦਾ ਧਾਨ ਖਾਣਾ ਚਾਰੇ ਵੱਡੇ ਪਾਪਾਂ 'ਚ ਇੱਕ ਵੱਡਾ ਪਾਪ ਮੰਨਿਆ। ਇਸ ਲਈ ਜਿਹੜੇ ਅਭਿਆਸੀ ਨੇ, ਗੁਰਮੁਖ ਨੇ, ਮਹਾਂਪੁਰਖ ਨੇ, ਉਹ ਹਰ ਕਿਸੇ ਦੇ ਘਰ ਦਾ ਭੋਜਨ ਨਹੀਂ ਛਕਦੇ। ਉਹ ਵੇਖਦੇ ਆ ਵੀ ਇਹ ਕਮਾਈ ਵਾਲਾ ਹੈ, ਅੰਮ੍ਰਿਤਧਾਰੀ ਹੈ ਕਿ ਨਹੀਂ ਹੈ। ਉਹ ਹਰ ਥਾਂ ਨਹੀਂ, ਇਹ ਨਹੀਂ ਵੀ ਹਰ ਥਾਂ ਜਿੱਥੋਂ ਵੀ ਜੀ ਕਰੇ ਉੱਥੇ ਹੀ ਛਕ ਲਿਆ। ਗੁਰਮੁਖਾਂ ਦਾ ਜੀਵਨ ਜਿਹੜਾ ਹੈ ਉਹ ਵਿਵੇਕ ਵਾਲਾ ਹੁੰਦਾ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਸਰੀਰ ਉਹ ਥਾਂ ਧਨ ਹੈ ਜਿੱਥੇ ਮੇਰੇ ਗੁਰੂ ਨੇ ਵਿਖਾ ਕਹੀ ਆਪਣੇ ਚਰਨ ਰੱਖੇ। ਜਿਸ ਸਰੀਰ ਦੇ ਵਿੱਚ ਵੀ ਮਹਾਰਾਜ ਦਾ ਨਾਮ ਰੂਪੀ ਗੁਰੂ ਹੈ, ਉਹ ਸਰੀਰ ਵੀ ਥਾਂ ਪਵਿੱਤਰ ਹੋ ਜਾਂਦਾ। ਸਤਿਗੁਰੂ ਕਿਰਪਾ ਕਰਨ। ਆਪ ਸਾਰੀਆਂ ਸੰਗਤਾਂ ਵਡਭਾਗੇ ਹੋ ਜੋ ਨਿਤਾ ਪ੍ਰਤੀ ਗੁਰੂ ਘਰ ਹਾਜ਼ਰ ਹੋ ਕੇ ਗੁਰਬਾਣੀ ਦਾ ਆਨੰਦ ਮਾਣਦੇ ਹੋ, ਰਸ ਲੈਂਦੇ ਹੋ, ਸਿਮਰਨ ਕਰਦੇ ਹੋ। ਵੱਧ ਤੋਂ ਵੱਧ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਏ, ਵੱਧ ਤੋਂ ਵੱਧ ਨਾਮ ਜਪੀਏ। ਘੱਟੋ ਘੱਟ ਸਤਿਗੁਰੂ ਮਹਾਰਾਜ ਦਾ ਹੁਕਮ ਹੈ, ਵੈਸੇ ਤਾਂ 8 ਪਹਿਰ ਦਾ ਹੁਕਮ ਹੈ, ਪਰ ਗੁਰਮੁਖ ਕਹਿੰਦੇ ਆ ਵੀ 2.5 ਘੰਟੇ ਜ਼ਰੂਰ ਕੱਢੋ। ਇਹ ਤਾਂ ਘੱਟੋ ਘੱਟ ਹੈ ਨਾ, ਨਿਤਨੇਮ ਤੋਂ ਵੱਖਰੇ 2.5 ਘੰਟੇ ਜ਼ਰੂਰੀ ਹਨ। ਗੁਰਮੰਤਰ ਦਾ ਅਭਿਆਸ ਸਿੱਖ ਲਈ ਬਹੁਤ ਜ਼ਰੂਰੀ ਹੈ। ਅਸੀਂ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ, ਮੂਲ ਮੰਤਰ ਦਾ ਅਭਿਆਸ ਨਹੀਂ ਕਰਦੇ, ਤਾਂ ਹੀ ਸਾਡੇ ਕਾਰਜ ਨਹੀਂ ਪੂਰੇ ਹੁੰਦੇ। ਜੇ ਮਨ ਨਹੀਂ ਲੱਗਦਾ, ਥੋੜੇ ਤੋਂ ਥੋੜਾ ਪਹਿਲਾਂ ਸ਼ੁਰੂ ਕਰ ਲਓ। 5-6 ਮਿੰਟ ਕਹੇ ਆ ਬਾਣੀ ਨੇ, 6 ਮਿੰਟ ਤੋਂ ਆਰੰਭ ਤਾਂ ਕਰ ਲਓ। ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਯਾਦ, ਭਗਤਨ ਸੇਤੀ ਗੋਸ਼ਟ ਜੋ ਕੀਨੋ ਸੋਲਾ। ਅੱਧੀ ਘੜੀ, 1 ਘੜੀ 24 ਮਿੰਟ ਦੀ, ਅੱਧੀ 12 ਮਿੰਟ ਦੀ, ਉਦੋਂ ਅੱਧੀ 6 ਮਿੰਟ।
6 ਮਿੰਟ ਦਾ ਚੌਂਕੜਾ ਮਾਰ ਕੇ ਸਾਵਧਾਨ ਹੋ ਕੇ ਸਿਮਰਨ ਕਰਨਾ ਰਸਨਾ ਨਾਲ ਸ਼ੁਰੂ ਕਰੋ। ਫਿਰ ਹੌਲੀ ਹੌਲੀ ਵਧਾਉਂਦੇ ਜਾਓ। ਫਿਰ ਇੱਕ ਵਾਰ ਜਦੋਂ ਲੱਗੇ ਫਿਰ ਨਹੀਂ ਪਿੱਛੇ ਨੂੰ ਕੋਈ ਮੁੜ ਸਕਦਾ। ਗੁਰੂ ਐਸੀ ਕਿਰਪਾ ਕਰਦਾ, ਨਾਮ ਐਸੀ ਕਿਰਪਾ ਕਰਦਾ ਹੈ। ਇੱਕ ਵਾਰ ਜਿਹੜਾ ਨਾਮ ਜਪਣ ਲੱਗ ਗਿਆ ਫਿਰ ਪਰਲੋਕ ਤੱਕ ਨਾਮ ਉਹਦਾ ਸਾਥ ਨਿਭਾਉਂਦਾ, ਨਾਮ ਸਾਥ ਨਹੀਂ ਛੱਡਦਾ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਸੀਸ। ਅਖੀਰਲੀਆਂ ਪੰਗਤੀਆਂ ਸਰਵਣ ਕਰੀਏ। ਫਤਿਹ ਬੁਲਾਓ ਜੀ। ਹਰ ਨਾਮ ਸਲਾਹੀ ਰੰਗ ਸਿਆਂ, ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੈ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ